ਸਵਾਗਤ ਜੀ ਆਪ ਜੀ ਦਾ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਇੱਕ ਵਾਰ ਫਿਰ ਤੋਂ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਨੂੰ ਤੁਸੀਂ ਇਸ ਵਕਤ ਥੋੜਾ ਜਿਹਾ ਹੋ ਸਕਦਾ ਕਿ ਤਬਦੀਲੀ ਦੇ ਹਿਸਾਬ ਨਾਲ ਦੇਖ ਰਹੇ ਹੋਵੋ ਕਿਉਂਕਿ ਟਾਈਮ ਜਿਹੜਾ ਜੀ ਉਹ ਲੰਘੀ ਰਾਤ ਨੂੰ ਬਦਲ ਗਿਆ। ਸੋ ਕਾਰਨ ਇਹ ਆ ਵੀ ਇਹ ਜਿਹੜੇ ਟਾਈਮ ਤਬਦੀਲੀਆਂ ਨੇ ਇਹ ਬਦਲਦੀਆਂ ਤੇ ਕੈਨੇਡਾ ਦੇ ਹਿਸਾਬ ਨਾਲ ਤੇ ਫਰਕ ਇਹਦਾ ਕੈਨੇਡਾ 'ਚ ਪਵੇ ਨਾ ਪਵੇ ਦੂਸਰੇ ਪਾਸੇ ਪੈ ਜਾਂਦਾ। ਤੇ ਇਸ ਵਕਤ ਜਿਸ ਮੁਲਕ ਦੇ ਨਾਲ ਆਪਾਂ ਤਾਰਾਂ ਜੋੜੀਆਂ ਨੇ ਉੱਥੋਂ ਆਪਣੇ ਨਾਲ ਨੇ ਜਤਿੰਦਰ ਪੰਨੂ ਜੀ, ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ਼੍ਰੀ ਅਕਾਲ ਜੀ। जी शुक्रिया गुरप्रीत जी, सत श्री अकाल जी। पंनू साहब अज तो वक्री तरह का टौर मारिया कोई ये दिवाली का करके या दिवाली तो लंघ गई हुण कोई गांह कोई होर प्रोग्राम नहीं? हुण मेरे बुढ़ापे का मजाक तो ना गुरप्रीत संधावालीआ उड़ावे। उन्होंने तो पता कि इन्हां दिनां दे विच बुढ़ियां नूं अरसी दीआं पिन्नियां खवाउंदे आ। वो पिन्नियां खवाउण दा मारा भज के कनेडा चला गया। ਹੁਣ ਇੱਥੇ ਗੁਜ਼ਾਰਾ ਤਾਂ ਕਰਨਾ, ਇਹੋ ਜਿਹੀ ਜੈਕਟ ਜੁਕਟ ਪੁਰਾਣੀ ਕੱਢ ਕੇ ਪਾ ਲਈ, ਉੱਦਾਂ ਮੈਨੂੰ ਫਰਕ ਕੋਈ ਨਹੀਂ ਪੈਂਦਾ। 10 20 30 ਤਕਰੀਬਨ 30 ਕੁ ਸਾਲ ਪਹਿਲਾਂ ਵੀ ਮੈਂ ਇੱਦਾਂ ਦਾ ਹੀ ਹੁੰਦਾ ਸਾਂ। ਮੈਨੂੰ ਜਵਾਨੀ ਵੇਲੇ ਬੁਢਾਪਾ ਆ ਗਿਆ ਸੀ, ਉਦੋਂ ਦਾ ਮੁੜ ਕੇ ਬਸ ਉੱਦਾਂ ਦਾ ਹੀ ਰਿਹਾ ਅਤੇ ਆ ਇੱਕ ਅੱਧੀ ਜੈਕਟ ਨਾਲ ਮੈਨੂੰ ਫਰਕ ਨਹੀਂ ਪੈਣਾ। ਖੈਰ ਕੋਈ ਗੱਲ ਨਹੀਂ, ਇਹ ਇੰਨੀ ਕੁ ਜਿਹੜੀ ਗੱਲ ਉਹ ਤਾਂ ਸਰ ਜਾਂਦੀ ਹੈ। ਉੱਦਾਂ ਸਾਡੇ ਜਿਹੜੇ ਦਰਸ਼ਕ ਨੇ ਉਹ ਬਹੁਤ ਸਾਰੀਆਂ ਹੋਰ ਗੱਲਾਂ ਕਰਦੇ ਨੇ, ਜਿਹੜੀਆਂ ਗੱਲਾਂ ਕਦੇ ਕਦੇ ਇਹ ਸੋਚੀਦਾ ਕਿ ਇਹਨਾਂ ਕੋਲ ਕੁਝ ਸੱਜਣ ਚੋਣਵੇਂ ਆ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਕੁਝ ਚੋਣਵੇਂ ਸੱਜਣ ਆ ਜਿਨ੍ਹਾਂ ਦੇ ਕੋਲ ਹੋਰ ਕੋਈ ਕੰਮ ਨਹੀਂ ਹੁੰਦਾ। ਉਹ ਬੜੀਆਂ ਫਜ਼ੂਲ ਜੀਆਂ ਗੱਲਾਂ, ਫਲਾਨੇ ਦੀ ਜੈਕਟ ਦਾ ਫਲਾਨਾ ਜਿਹੜਾ ਤੀਸਰਾ ਬਟਨ ਸੀ ਉਹਦਾ ਧਾਗਾ ਲਮਕਦਾ ਸੀ। ਉਹ ਮੇਰੇ ਬਾਰੇ ਨਹੀਂ ਆਖਿਆ, ਕਿਸੇ ਹੋਰ ਬਾਰੇ ਇੱਕ ਦਿਨ ਇੱਕ ਸੱਜਣ ਨੇ ਲਿਖਿਆ ਸਾਡੇ ਇੱਕ ਪ੍ਰੋਗਰਾਮ 'ਚ। ਮੈਨੂੰ ਸਮਝ ਲੱਗਦੀ ਵੀ ਐਡੀ ਦੂਰੋਂ ਧਾਗਾ ਉਹਨੂੰ ਕਿੱਦਾਂ ਦਿਸ ਪਿਆ। ਅੱਛਾ, ਇਹਨੂੰ ਤਾਂ ਚਲੋ ਛੱਡੋ, ਉੱਦਾਂ ਕੁਛ ਮਾਮਲੇ ਗੰਭੀਰ ਹੈ ਜਿਹੜੇ ਮੁੜ ਮੁੜ ਕੇ ਅਸੀਂ ਸਪਸ਼ਟ ਕਰਦੇ ਹਾਂ ਅਤੇ ਮੁੜ ਮੁੜ ਕੇ ਕੁਝ ਦਰਸ਼ਕ ਚੁੱਕਦੇ ਨੇ। ਮਿਸਾਲ ਦੇ ਤੌਰ 'ਤੇ ਪਿਛਲੇ 15 ਦਿਨਾਂ ਤੋਂ ਇੱਕ ਮੁੱਦਾ ਫਿਰ ਮੁੜ ਮੁੜ ਕੇ ਚੁੱਕਿਆ ਜਾ ਰਿਹਾ ਕਿ ਤੁਸੀਂ ਭਾਰਤ ਅਤੇ ਇੰਡੀਆ ਸੰਵਿਧਾਨ ਦੇ ਮੁਤਾਬਕ ਉਹਨੂੰ ਹਿੰਦੁਸਤਾਨ ਕਿਉਂ ਕਹਿੰਦੇ ਹੋ। ਇਹ ਠੀਕ ਆ ਕਿ ਹਿੰਦੁਸਤਾਨ ਦੇ ਕੌਨਸਟੀਟਿਊਸ਼ਨ ਦੇ ਵਿੱਚ, ਸੰਵਿਧਾਨ ਦੇ ਵਿੱਚ ਲਿਖਿਆ ਇੰਡੀਆ ਦੈਟ ਇਜ਼ ਭਾਰਤ ਜੀ, ਪਰ ਸਾਰੀਆਂ ਗੱਲਾਂ ਉਹਦੇ ਨਾਲ ਨਹੀਂ ਹੁੰਦੀਆਂ। ਇਸ ਇੰਡੀਆ ਦੇ ਕਈ ਨਾਂ, ਭਾਰਤ ਦੇ ਕਈ ਨਾਂ ਪਹਿਲਾਂ ਰਹੇ ਆ। ਸਮਰਾਟ ਅਸ਼ੋਕ ਦੇ ਵੇਲੇ ਇਹਨੂੰ ਜੰਬੋਦੀਪ ਵੀ ਕਹਿੰਦੇ ਰਹੇ, ਕਈ ਮੌਕਿਆਂ 'ਤੇ ਕਈ ਨਾਂ ਰਿਹਾ। ਹੁਣ ਜੇ ਹਿੰਦੁਸਤਾਨ ਹੈ ਅਤੇ ਉਹਨਾਂ ਲੋਕਾਂ ਨੂੰ ਇਤਰਾਜ਼ ਹੈ ਕਿ ਇਹ ਸ਼ਾਇਦ ਹਿੰਦੂਆਂ ਦਾ ਹਿੰਦੁਸਤਾਨ ਹੈ। ਅਸਲ 'ਚ ਇਹਦਾ ਹਿੰਦੂ ਧਰਮ ਦੇ ਨਾਲ ਹਿੰਦੁਸਤਾਨ ਦਾ ਕੋਈ ਸੰਬੰਧ ਨਹੀਂ। ਇਹ ਜਦੋਂ ਇੱਧਰਲੇ ਪਾਸਿਓਂ ਅਰਬ ਦੇਸ਼ਾਂ ਵੱਲੋਂ ਲੋਕ ਆਏ ਅਤੇ ਉਹ ਸਿੰਧ ਨੂੰ ਹਿੰਦ ਕਹਿੰਦੇ ਸੀ, ਉਹ ਸਾਰੇ ਸਾ ਨੂੰ ਹਾ ਕਹਿੰਦੇ ਸੀ। ਤੁਸੀਂ ਅੱਜ ਵੀ ਮਾਝੇ 'ਚ ਚਲੇ ਜਾਓ ਅਤੇ ਇਹ ਕੋਈ ਨਹੀਂ ਕਹਿੰਦੇ ਕਿ ਗੁਰਪ੍ਰੀਤ ਸੰਧਾਵਾਲੀਆ ਆਇਆ ਸੀ, ਉਹ ਕਹਿੰਦੇ ਗੁਰਪ੍ਰੀਤ ਸੰਧਾਵਾਲੀਆ ਆਇਆ ਹੀ ਸੀ, ਤਾਂ ਹੀ ਕਹਿੰਦੇ ਆ। ਇਸ ਕਰਕੇ ਉਹਨਾਂ ਦੀ ਬੋਲੀ 'ਚ ਸਿੰਧ ਨੂੰ ਹਿੰਦ ਕਹਿੰਦੇ ਸੀ। ਉਹਨਾਂ ਨੇ ਹਿੰਦ ਤੋਂ ਅਗਲੇ ਪਾਸੇ ਵਾਲਿਆਂ ਨੂੰ ਹਿੰਦੁਸਤਾਨ ਕਹਿ ਤਾ। ਉਹਨਾਂ ਕੋਲ ਕਜ਼ਾਕਿਸਤਾਨ ਸੀ, ਉਜ਼ਬੇਕਿਸਤਾਨ ਸੀ, ਤੁਰਕਮੇਨਿਸਤਾਨ ਸੀ, ਅਫਗਾਨਿਸਤਾਨ ਸੀ, ਬਲੋਚਿਸਤਾਨ ਸੀ। ਇੱਕ ਉਹਨਾਂ ਨੇ ਹਿੰਦ ਤੋਂ ਅਗਲਾ ਹਿੰਦੁਸਤਾਨ ਬਣਾ ਤਾ। ਵੈਸੇ ਆਹ ਪਾਕਿਸਤਾਨ ਵੀ ਅਜੇ ਪਿਛਲੀ ਸਦੀ 'ਚ ਬਣਿਆ। ਇਹਦੇ ਤੋਂ ਪਰੇ ਇੱਕ ਪਾਕਿਸਤਾਨ ਹੋਰ ਵੀ ਹੈਗਾ, ਉਜ਼ਬੇਕਿਸਤਾਨ ਦੇ ਵਿੱਚ ਕਰਾਕਲ ਪਾਕਿਸਤਾਨ, ਉਹ ਸਟੇਟ ਹੈ ਇੱਕ, ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ, ਉਹ ਵੀ ਹੈਗੀ ਹੈ। ਇੰਨੇ ਸਤਾਨ ਉਹਨਾਂ ਕੋਲ ਸਨ, ਇੱਥੇ ਆ ਕੇ ਹਿੰਦੁਸਤਾਨ ਬਣਾਤਾ ਅਤੇ ਹਿੰਦੂ ਧਰਮ ਨਾਲ ਕੋਈ ਸੰਬੰਧ ਨਹੀਂ। ਜਿਨ੍ਹਾਂ ਲੋਕਾਂ ਨੂੰ ਇਤਰਾਜ਼ ਹੈ ਕਿ ਅਸੀਂ ਹਿੰਦੁਸਤਾਨ ਲਫ਼ਜ਼ ਵਰਤਦੇ ਹੀ ਕਿਉਂ ਆ, ਉਹ ਬਾਬੇ ਦੀ ਬਾਣੀ ਪੜ੍ਹਨ, ਉਹਦੇ ਵਿੱਚ ਆਉਂਦਾ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਉਹਦੇ ਵਿੱਚ ਗੁਰੂ ਸਾਹਿਬ ਨੇ ਲਿਖਿਆ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ। ਹਿੰਦੁਸਤਾਨ ਲਫ਼ਜ਼ ਤਾਂ ਗੁਰਬਾਣੀ 'ਚ ਵੀ ਆਇਆ। ਅਸੀਂ ਕੀ ਕਰੀਏ, ਉੱਥੋਂ ਅਸੀਂ ਜੇ ਇਹ ਵਰਤੇ ਆ। ਆਜ਼ਾਦੀ ਲਹਿਰ ਦੇ ਦਿਨਾਂ 'ਚ ਜਿਹੜਾ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਇਹ ਕਿਸੇ ਹਿੰਦੂ ਨੇ ਨਹੀਂ ਸੀ ਲਿਖਿਆ, ਇਹ ਮੁਹੰਮਦ ਇਕਬਾਲ ਨੇ ਲਿਖਿਆ ਸੀ। ਸ਼ਾਇਰ ਸੀ ਬਹੁਤ ਵੱਡੇ ਜੀ। ਉਹਦੇ ਤੋਂ ਪਹਿਲਾਂ ਗਦਰ ਲਹਿਰ ਜਦੋਂ ਬਣੀ ਹੈ ਅਤੇ ਉਸ ਗਦਰ ਲਹਿਰ ਵਾਲੇ ਗਦਰ ਦੀਆਂ ਗੂੰਜਾਂ 'ਚ ਕਹਿੰਦੇ ਸੀ ਹਿੰਦ ਵਾਸੀ ਉਹ ਰੱਖਣਾ ਯਾਦ ਸਾਨੂੰ। ਇਹ ਹਿੰਦ ਨੂੰ ਹਿੰਦੁਸਤਾਨ ਤੋਂ ਵੱਖਰਾ ਕਰਕੇ ਨਹੀਂ ਵੇਖਿਆ ਜਾ ਸਕਦਾ। ਹਿੰਦ ਹਿੰਦੁਸਤਾਨ ਇਹ ਹੋਰ ਚੀਜ਼ ਆ, ਹਿੰਦੂ ਧਰਮ ਹੋਰ ਆ। ਔਰ ਹਿੰਦੂ ਧਰਮ ਵੀ ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਦੇ ਵੇਲੇ ਹਿੰਦੂ ਧਰਮ ਨਹੀਂ ਸੀ ਹੁੰਦਾ, ਸਨਾਤਨ ਧਰਮ ਹੁੰਦਾ ਸੀ। ਬਾਅਦ ਵਿੱਚ ਹਿੰਦੂ ਧਰਮ ਬਣਿਆ, ਉਸ ਵਕਤ ਹਿੰਦੂ ਲਫ਼ਜ਼ ਨਹੀਂ ਸੀ ਹੁੰਦਾ। ਦੂਜੀ ਬੇਨਤੀ ਮੈਂ ਇਹ ਕਰਨੀ ਆ, ਕਿਉਂਕਿ ਹੁਣ ਕਰਨ ਹੀ ਲੱਗ ਪਿਆ
ਮੈਂ ਕੁਛ ਸੱਜਣਾਂ ਨੂੰ ਇਹ ਬੇਨਤੀ ਕਰੂੰਗਾ ਕਿ ਸਵੇਰੇ ਉੱਠ ਕੇ ਦਿਨ ਦੇ ਵਕਤ ਵੀ WhatsApp ਦੀ ਵਰਤੋਂ ਥੋੜ੍ਹੀ ਸੰਕੋਚ ਵੀ ਕਰਿਆ ਕਰੋ। ਕੁਝ ਸੱਜਣ ਸਵੇਰੇ ਉੱਠਦਿਆਂ ਸਾਰ ਵੀ ਗੁਰੂ ਸਾਹਿਬ ਦੀਆਂ ਤਸਵੀਰਾਂ ਜਾਂ ਗੁਰਬਾਣੀ ਦੇ ਸ਼ਬਦ ਜਾਂ ਕਿਸੇ ਦੇਵੀ ਦੇਵਤਾ ਦਾ ਚਿੱਤਰ ਉਹ ਭੇਜ ਕੇ ਤੇ ਕਹਿੰਦੇ ਗੁੱਡ ਮਾਰਨਿੰਗ। ਜੇ ਕਿਸੇ ਨੂੰ ਤੁਸੀਂ 10 ਜਣੇ ਇਹੋ ਜਿਹੀਆਂ ਤਸਵੀਰਾਂ ਭੇਜੋ ਤੇ 1 ਮਹੀਨਾ ਭੇਜਦੇ ਰਹੋ, 300 ਹੋਣਗੀਆਂ, 2 ਮਹੀਨਿਆਂ 'ਚ 600 ਹੋ ਜਾਣਗੀਆਂ। ਉਹਦੇ ਫੋਨ ਦੀ ਮੈਮਰੀ ਲੋਡ ਹੋਵੇਗੀ, ਉਹ ਕੀ ਕਰੇਗਾ? ਡਿਲੀਟ ਕਰਕੇ ਪਾਸੇ ਕਰ ਦੇਗਾ। ਕੀ ਤੁਸੀਂ ਗੁਰੂ ਸਾਹਿਬ ਦੀਆਂ ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਡਿਲੀਟ ਕਰਨ ਵਾਸਤੇ ਭੇਜਦੇ ਹੋ? ਇਹਨਾਂ ਕੁਝ ਜਿਹੜਾ ਤੁਸੀਂ ਸਵੇਰੇ ਉੱਠ ਕੇ ਭੇਜਣਾ ਸ਼ੁਰੂ ਕਰ ਦਿੰਦੇ ਹੋ, ਆਪ ਤੁਸੀਂ ਭੇਜ ਦਿੰਦੇ ਹੋ। ਜਿਹਨੇ ਡਿਲੀਟ ਕਰਨੀਆਂ ਫਿਰ ਪਾਪੀ ਤਾਂ ਉਹ ਹੋ ਗਿਆ, ਤੇ ਫੋਨ ਦੀ ਮੈਮਰੀ ਫੁੱਲ ਹੁੰਦੀ ਰੱਖ ਨਹੀਂ ਸਕਦਾ। ਕੁਝ ਸੱਜਣ ਇਹੋ ਜਿਹੇ ਆ ਜਿਹੜੇ ਕਿਸੇ ਵਿਆਹ 'ਤੇ ਜਾਂਦੇ, ਕਿਸੇ ਹੋਰ ਥਾਂ ਜਾਂਦੇ ਆ, ਜਿੰਨੀਆਂ ਫੋਟੋ ਖਿੱਚਦੇ ਸਾਰੀਆਂ ਨਾਲ ਦੀ ਨਾਲ ਭੇਜੀ ਜਾਂਦੇ ਆ। ਮੇਰੇ ਕੋਲ 2-3 ਸੱਜਣ ਇਹੋ ਜਿਹੇ ਆ ਜਿਹੜੇ ਸਵੇਰੇ ਉੱਠ ਕੇ ਵੱਖ-ਵੱਖ ਅਖਬਾਰਾਂ 'ਚੋਂ ਆਪਣੀ ਪਸੰਦ ਦੀਆਂ ਖਬਰਾਂ ਮੈਨੂੰ ਭੇਜਦੇ ਆ, ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੇਰੀ ਮਜਬੂਰੀ ਆ, ਮੈਨੂੰ ਲੋਕਾਂ ਦੇ ਸੁੱਤੇ ਉੱਠਣ ਤੋਂ ਪਹਿਲਾਂ 14 ਅਖਬਾਰਾਂ ਪੜ੍ਹਨੀਆਂ ਪੈਂਦੀਆਂ ਨੇ, ਮੇਰੇ ਘਰ ਆਉਂਦੀਆਂ ਨੇ। ਕੁਝ ਮੈਂ ਨੈੱਟ 'ਤੇ ਪੜ੍ਹਨਾ, ਕੁਝ ਬਾਅਦ 'ਚ ਪੜ੍ਹਦਾ। ਉਹ ਵੀ ਚੀਜ਼ਾਂ ਮੈਨੂੰ ਭੇਜੀ ਜਾਂਦੇ ਆ। ਇੱਕ ਹੋਰ ਰਿਵਾਜ ਆ, ਜਿਹੜੀ ਚੀਜ਼ ਨਵੀਂ ਵੇਖੀ ਫਟਾਫਟ ਕਿਤੋਂ ਆਈ ਅਗਲੇ ਪਾਸੇ ਛੱਡੀ ਚਲੋ। ਇੰਗਲੈਂਡ ਤੋਂ ਇੱਕ ਸੱਜਣ ਨੇ ਮੈਨੂੰ ਭੇਜਿਆ ਕਿ ਪੰਜਾਬ ਦੇ ਐਡਵੋਕੇਟ ਜਨਰਲ APS ਦਿਓਲ ਨੇ ਆਹ ਬਿਆਨ ਜਾਰੀ ਕੀਤਾ ਨਵਜੋਤ ਸਿੰਘ ਸਿੱਧੂ ਦੇ ਖਿਲਾਫ। ਉਹਦੇ ਤੋਂ ਪਹਿਲਾਂ 20-25 ਬੰਦੇ ਮੈਨੂੰ ਭੇਜ ਚੁੱਕੇ ਸੀ। ਮੈਂ ਉਹ ਸੱਜਣ ਦਾ ਇਕੱਲੇ ਦਾ ਜ਼ਿਕਰ ਇਸ ਕਰਕੇ ਕਰਦਾ ਕਿ ਮੈਂ ਉਹਨੂੰ ਫੋਨ ਕਰਕੇ ਆਖਿਆ ਕਿ ਤੂੰ ਮੇਰਾ ਪ੍ਰੋਗਰਾਮ ਅੱਜ ਸ਼ਾਮ ਵਾਲਾ ਵੇਖ ਲਿਆ? ਕਹਿੰਦਾ ਨਹੀਂ, ਮੈਂ ਅਜੇ ਬਾਹਰ ਆ, ਤੁਹਾਡੀ ਸ਼ਾਮ ਹੋਈ, ਸਾਡੀ ਸ਼ਾਮ ਬੜੇ ਚਿਰ ਨੂੰ ਹੋਣੀ, ਮੈਂ ਉਦੋਂ ਘਰ ਜਾ ਕੇ ਵੇਖਣਾ। ਮੈਂ ਕਿਹਾ ਜਿਹੜਾ ਤੂੰ ਇਹ ਬਿਆਨ ਭੇਜਿਆ ਐਡਵੋਕੇਟ ਜਨਰਲ ਦਾ, ਮੈਂ ਆਪਣੇ ਪ੍ਰੋਗਰਾਮ 'ਚ ਸਾਰਾ ਪੜ੍ਹ ਕੇ ਦਰਸ਼ਕਾਂ ਨੂੰ ਸੁਣਾ ਚੁੱਕਾ। ਮੈਂ ਪੰਜਾਬ 'ਚ ਬੈਠਾ, ਤੂੰ ਇੰਗਲੈਂਡ 'ਚੋਂ ਮੈਨੂੰ, ਮੈਂ ਕਿਹਾ ਕੀ ਪਤਾ ਪਹੁੰਚਿਆ ਹੋਣਾ ਹੁਣ ਕਿ ਨਹੀਂ ਪਹੁੰਚਿਆ ਹੋਣਾ, ਕੋਈ ਭੇਜਦਾ। ਇਸ ਤਰ੍ਹਾਂ ਤੁਸੀਂ ਜੋ ਕਰਦੇ ਹੋ ਉਹਦੇ ਨਾਲ ਕੁਝ ਸੱਜਣ ਸਾਡੇ ਆਪਣੇ ਹੀ ਪ੍ਰੋਗਰਾਮ, ਪ੍ਰਾਈਮ ਏਸ਼ੀਆ ਦੇ ਪ੍ਰੋਗਰਾਮ, ਮੇਰੇ ਪ੍ਰੋਗਰਾਮ ਹੀ ਮੈਨੂੰ ਭੇਜੀ ਜਾ ਰਹੇ ਨੇ। ਇਹਦਾ ਕੋਈ ਫਾਇਦਾ ਨਹੀਂ ਗਾ। ਇਸ ਥਾਂ 'ਤੇ ਕੋਈ ਕੰਸਟਰਕਟਿਵ ਕੰਮ ਕਰੋ। ਮਾਫ਼ ਕਰਨਾ, ਪਿਛਲੇ ਹਫ਼ਤੇ ਇੱਕ ਦਿਨ ਅਚਾਨਕ ਦੇਸ਼ ਦੇ ਇੱਕ ਸਾਬਕਾ ਪ੍ਰਧਾਨ ਮੰਤਰੀ ਦੇ ਦੇਹਾਂਤ ਦੀ ਖਬਰ ਕਿਸੇ ਨੇ WhatsApp 'ਤੇ ਪਾ ਦਿੱਤੀ। ਉਹ ਪਤਾ ਨਹੀਂ ਕਿੰਨੇ ਲੋਕਾਂ ਕੋਲ ਚਲੀ ਗਈ। ਉਹ ਅਜੇ ਤੱਕ ਸਹੀ ਸਲਾਮਤ ਨੇ ਅਤੇ ਅਸੀਂ ਉਹਨਾਂ ਦੀ ਉਮਰ ਲੰਬੀ ਹੋਣ ਦੀ ਕਾਮਨਾ ਕਰਾਂਗੇ। ਇੱਦਾਂ ਦੀਆਂ ਚੀਜ਼ਾਂ, ਜਿਹੜੀ ਵੀ ਚੀਜ਼ ਆਉਂਦੀ ਵੇਖਣਾ ਨਹੀਂ ਪਰਖਣਾ ਨਹੀਂ, ਫਟਾਫਟ ਸੁੱਟੀ ਜਾਂਦੇ। ਆਪਾਂ ਕੀ ਕਰਦੇ ਹਾਂ? ਇਹਦੇ ਨਾਲ ਜਿਹੜਾ WhatsApp ਦਾ ਧੂੰਆਂ ਕੱਢਣਾ, ਇਹਦੇ ਤੋਂ ਥੋੜ੍ਹਾ ਮੈਂ ਦਰਸ਼ਕਾਂ ਨੂੰ ਬੇਨਤੀ ਕਰੂੰਗਾ, ਸੰਕੋਚ ਕਰੋ, ਜ਼ਿੰਮੇਵਾਰੀ ਦਾ ਵਿਹਾਰ ਕਰੋ। ਇਹਦੇ ਨਾਲ ਬਾਕੀ ਲੋਕ ਵੀ ਕਦੇ ਕਦੇ ਫਿਰ ਖਿਝ ਵੀ ਜਾਂਦੇ ਆ। ਉਹ ਮੇਰੀ ਇਕੱਲੇ ਦੀ ਗੱਲ ਨਹੀਂ, ਬੜੇ ਲੋਕ ਹੋਰ ਵੀ ਇਤਰਾਜ਼ ਕਰਦੇ ਆ। ਮਾਰਕ ਜ਼ੁਕਰਬਰਗ ਦੀ ਭੈਣ ਨੇ ਇੱਕ ਵਾਰੀ ਉਹਨੂੰ ਆਖਿਆ ਸੀ ਕਿ ਮੇਰੇ ਬੱਚਿਆਂ ਦੇ ਬਰਥਡੇ ਦੀਆਂ ਫੋਟੋ ਤੇਰੇ ਇਸ ਪ੍ਰੋਗਰਾਮ ਦੇ ਵਿੱਚ ਕਿੱਦਾਂ ਸੋਸ਼ਲ ਮੀਡੀਆ 'ਤੇ ਚੜ੍ਹ ਗਈਆਂ। ਉੱਥੋਂ ਤੱਕ ਵੀ ਇਹ ਰੌਲਾ ਪੈ ਚੁੱਕਾ। ਆਪਾਂ ਥੋੜ੍ਹਾ ਜਿਹਾ ਪਰਹੇਜ਼ ਕਰ ਲਈਏ, ਮੇਰੀ ਇਹ ਬੇਨਤੀ ਹੈ। ਅੱਗੋਂ ਤੁਹਾਡੀ ਸਾਰਿਆਂ ਦੀ ਮਰਜ਼ੀ ਹੈ, ਕਿਸੇ ਨੇ ਕੀ ਕਰਨਾ ਕੀ ਨਹੀਂ ਕਰਨਾ, ਇਹਦੇ ਉੱਤੇ ਅਸੀਂ ਕੁਝ ਨਹੀਂ ਕਹਿ ਸਕਦੇ। ਇਹ ਸਹੀ ਹੈ ਜੀ। ਇਹ ਬੇਨਤੀ ਅਸੀਂ ਆਪਣੇ ਇਸ ਪਲੇਟਫਾਰਮ ਤੋਂ ਸਮੇਂ-ਸਮੇਂ 'ਤੇ ਕਰਦੇ ਰਹਿੰਦੇ ਹਾਂ। ਮੈਂ ਵੀ ਇੱਕ ਬੇਨਤੀ ਕਰਾਂ ਕਿ ਜਿੰਨੀਆਂ ਵੀ ਇਹ ਕੰਪਨੀਆਂ ਨੇ ਜੀ, ਇਹ ਬੇਸਿਕਲੀ ਇੱਕ ਕਾਰੋਬਾਰ ਚਲਾਉਣ ਦਾ ਢੰਗ ਤਰੀਕਾ ਉਹਨਾਂ ਦਾ, ਐਂਡ ਉਹ ਜਿਹੜਾ ਵੀ ਬੰਦਾ ਹੈ ਉਹਦੀ ਹਰੇਕ ਤਰ੍ਹਾਂ ਦੀ ਕਮਜ਼ੋਰੀ ਦਾ ਫਾਇਦਾ ਚੁੱਕਣ ਦਾ ਉਹਨਾਂ ਦਾ ਕੰਮ ਆ। ਅੱਜ ਕੱਲ੍ਹ ਵੀ ਤੁਸੀਂ ਵੇਖਿਆ ਹੋਣਾ ਤਾਂ ਫੇਸਬੁੱਕ ਦੇ ਉੱਪਰ ਜਾਂ ਸੋਸ਼ਲ ਮੀਡੀਆ ਦੇ ਹੋਰ ਸਾਧਨਾਂ ਦੇ ਉੱਪਰ ਇਹ ਚੀਜ਼ ਤੁਹਾਨੂੰ ਲਿਖੀ ਮਿਲਦੀ ਹੈ, ਇਸ ਸ਼ਬਦ ਨੂੰ ਤੁਸੀਂ ਇੰਨੀ ਵਾਰ ਸੁਣੋਗੇ ਤੇ ਤੁਹਾਡੀ ਮਨੋਕਾਮਨਾ ਪੂਰੀ ਹੋਣੀ ਹੈ। ਉਹ ਸ਼ਬਦ ਜਿਹੜਾ ਉਹੀ ਹੈ ਗੁਰਬਾਣੀ ਦਾ, ਹੋ ਸਕਦਾ ਹੈ ਕਿ ਤੁਸੀਂ ਅੱਗੋਂ ਪਿੱਛੋਂ ਵੀ ਸੁਣਦੇ ਹੋਵੋ, ਪਰ ਉਹਨੂੰ ਪੇਸ਼ ਇੱਦਾਂ ਕੀਤਾ ਜਾਂਦਾ ਵੀ ਤਾਂ ਜੋ ਉਹਨਾਂ ਦਾ ਮਸਲਾ ਚੱਲਦਾ ਰਹੇ। ਜਾਂ ਲਿਖਿਆ ਹੁੰਦਾ ਜੀ, ਸੌਣ ਤੋਂ ਪਹਿਲਾਂ ਤੁਸੀਂ ਇੰਨੀ ਵਾਰ ਵਾਹਿਗੁਰੂ ਜ਼ਰੂਰ ਲਿਖ ਦਿਓ। ਹੁਣ ਗੱਲ ਇਹ ਆ ਵੀ ਉਹ ਅਗਲਿਆਂ ਦੀ ਪੋਸਟ ਹੈ, ਅਗਲਿਆਂ ਦਾ ਪੇਜ ਉਹਨਾਂ ਨੇ ਆਪਣੇ ਹਿਸਾਬ ਨਾਲ ਚਲਾਉਣਾ, ਇਸ ਕਰਕੇ ਉਹ ਤੁਹਾਡੀਆਂ ਧਾਰਮਿਕ ਭਾਵਨਾਵਾਂ ਦੀ ਇਸ ਤਰ੍ਹਾਂ ਮਿਸਯੂਜ਼ ਕਰਦੇ ਆ, ਦੁਰਵਰਤੋਂ ਕਰਦੇ, ਮੈਂ ਸ਼ਬਦ ਵਰਤਾਂ। ਸੋ ਇਸ ਕਰਕੇ ਥੋੜ੍ਹਾ ਜਿਹਾ ਜਿੰਨਾ ਵੀ ਹੋ ਸਕੇ ਆਪਾਂ ਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਵੀ ਧਾਰਮਿਕ ਮੈਂ ਅੰਦਰੋਂ ਆ, ਕਿਸੇ ਦੀ ਪੋਸਟ ਦੇ ਉੱਪਰ ਫਲਾਨੀ ਚੀਜ਼ ਕਰਨ ਦੇ ਨਾਲ ਮੈਂ ਬਹੁਤੇ ਧਾਰਮਿਕ ਨਹੀਂ ਹੋ ਜਾਣਾ। ਸੋ ਇਹ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਆਪਣੀਆਂ ਇਹਨਾਂ ਭਾਵਨਾਵਾਂ ਨੂੰ ਕਿਵੇਂ ਵਰਤਦੀਆਂ ਨੇ ਪੈਸੇ ਕਮਾਉਣ ਦੇ ਲਈ, ਇਹਦਾ ਜ਼ਰੂਰ ਤੁਸੀਂ ਖਿਆਲ ਰੱਖਿਆ ਕਰੋ। ਇਹ ਵਧੀਆ ਕੀਤਾ ਪੰਨੂ ਸਾਹਿਬ, ਤੁਸੀਂ ਚਲੋ ਆਉਂਦੇ ਇਹ ਗੱਲ ਛੇੜ ਲਈ। ਅਤੇ ਤੁਸੀਂ ਇਹ 'ਚ ਇੱਕ ਵਿੱਚ ਜ਼ਿਕਰ ਕੀਤਾ ਸੀ APS ਦਿਓਲ ਸਾਹਿਬ ਦਾ। ਹੁਣ ਉਹਨਾਂ ਦਾ ਬਿਆਨ ਤਾਂ ਪੁਰਾਣਾ ਹੋ ਗਿਆ, ਪਤਾ ਨਹੀਂ ਨਵੇਂ ਟਵੀਟ ਸਿੱਧੂ ਸਾਹਿਬ ਵਾਲੇ ਤੁਹਾਡੇ ਤੱਕ ਕਿਸੇ ਨੇ ਪਹੁੰਚਦੇ ਕੀਤੇ ਕਿ ਨਹੀਂ ਕੀਤੇ, ਪਰ ਸਿੱਧੂ ਸਾਹਿਬ ਨੇ ਜਿਹੜੇ ਟਵੀਟ ਕੀਤੇ ਨੇ ਜਾਂ ਜਦੋਂ ਤੁਸੀਂ ਕਹਿੰਦੇ ਹੁੰਦੇ ਪੰਜਾਬੀ 'ਚ ਤਵੀਤ ਪਾਏ ਨੇ, ਅਤੇ ਉਹਦੇ 'ਚ ਜਿੱਦਾਂ ਉਹ ਸ਼ੁਰੂ ਤੋਂ ਲੈ ਕੇ ਅਤੇ ਐਂਡ ਤੱਕ ਉਹਨਾਂ ਨੇ ਡਿਟੇਲ ਦੇ ਵਿੱਚ ਪੁੱਛਿਆ ਵੀ ਹਾਂਜੀ ਦਿਓਲ ਸਾਹਿਬ ਇਹ ਦੱਸੋ ਫਿਰ ਇੱਥੇ ਤੁਸੀਂ ਕਿਹੜੇ ਪਾਸੇ ਖਲੋਤੇ ਹੋ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਐਡਵੋਕੇਟ ਜਨਰਲ APS ਦਿਓਲ ਨੇ ਮੈਸੇਜ ਜਾਰੀ ਕੀਤਾ ਸੀ, ਬਿਆਨ ਜਾਰੀ ਕੀਤਾ ਸੀ, ਉਹ ਬਿਆਨ ਠੀਕ ਨਹੀਂ।
मैं समझदा पहली गल कि इस बंदे नूं एडवोकेट जनरल बनाया नहीं सी जाना चाहिए। जे बनाया जा रहा सी ते इहनूं आप ना करनी चाहिए सी, क्योंकि जिहड़े केसां दे विच सरकार दे खिलाफ लड़दा रहा, जिन्हां केसां 'च इहने स्टे लैके दित्ते आ, उन्हां सारे केसां दी पैरवी एडवोकेट जनरल दे तौर ते इहनूं करनी पैणी आ। एक वकालत का असूल है कि जिहड़े केसां 'च एक वकील एक पासे तो पेश होया होवे, उन्हां केसां 'च दूसरे पासों पेश नहीं हो सकदा। अदालतां दे जज भी इहो ਜਿਹੇ मौकों ते कहंदे हुंदे आ, आई रिक्यूज़, यानी इस मुकदमे तो मैनूं पासे हट जाण दिओ, मेरी दों चों एक धिर नाल नेड़ता जां एक धिर नाल कोई दूर दी साਂਝ है, कोई रिश्तेदारी गांह दी गांह इंगड़ी पड़िंगड़ी निकलदी आ, ये कहंदे हुंदे इहनूं भी चाहीदा सी पासे हट जांदा। हुण जिहड़ा इहने बयान जारी कीता नवजोत सिंह सिद्धू के खिलाफ है। लिखिया यह है कि संविधानक पोस्ट है एडवोकेट जनरल की जिहदा यह एक्स खराब कर रहा, पर नाले लिखता कि अगले साल आने वाली चोणों के कांग्रेस पार्टी की फंक्शनिंग को खराब कर रहा। जे तेरी संविधानक पोस्ट है एडवोकेट जनरल, संविधानक पोस्ट उत्ते हुंदियां कांग्रेस पार्टी के भविख की चिंता क्यों करता? उन्होंने तनख्वाह जिहड़ी है कांग्रेस पार्टी दिंदी है कि पंजाब के लोगों की टैक्सां की कमाई, जिहड़ी मेहनत की कमाई टैक्सां के रूप जाती उस मिलती है। उन्हें जिहड़े लफ्ज़ वरते वो लफ्ज़ उहदे खिलाफ जाते आ। उन्होंने किसी भी तरीके इस तरह की जिम्मेवारी लैनी नहीं सी चाहिए, लई है तो हुण भी बेहतर है छड़ जावे। उहदे उत्ते जिहड़े दोष लोकी ला रहे सोशल मीडिया ते, वो ध्यान रखने वाले आ। लोकी कहिंदे जी वो बहाने नाल एडवोकेट जनरल बनया ते इस्तीफा देण तो बाद भी इस करके टिकिया कि कल नूं काम आऊगा, फाइलों च वेख ला सरकार दियां च की कुछ कित्थे कित्थे लिखिया है। आ गल्लां लोकां तो करवाउण नालों बेहतर ये नहीं सी कि वेले सिर छड्ड के पासे हो जांदा जां बनदा ही ना। हुण इहदे तो बाद नवजोत सिंह सिद्धू ने जदों गिणाउणे शुरू कीते, आ किन्नी किस्म के नुकते गिणाते आ। मैं समझदा नवजोत सिंह सिद्धू के सारे नुकते ठीक है, पर एक गल गलत है, वो ये कि वह सरकार चला रही पार्टी का प्रधान है। इहदे नाल लोकां सामने स्पष्ट हो गया कि पंजाब दे विच कांग्रेस की सरकार होर पासे फिरदी है, कांग्रेस का प्रधान होर पासे फिरदा। इक्को वक्त मैं समझदा सी कि पंजाब की कांग्रेस दे विच तीन धड़े आ, चार, एक कांग्रेस प्रधान नवजोत सिंह सिद्धू का, एक मुख्यमंत्री का, एक मुख्यमंत्री के विरोधियों का, ते एक धड़ा कैप्टन अमरिंदर सिंह के चेलियां का। उन्हां दे कोटे दे भी कुछ मंत्री उदों बना ले सी, जिहड़े अजे तक छड्ड के नहीं गए ते चोण जाबता लगण तक रहणगे इसे सरकार 'च काम कैप्टन अमरिंदर सिंह दे हकायत करनगे। हुण अज किसी ने कहता जी एक पंजवां धड़ा भी आ सुनील जाखड़ का। मैं समझदा सुनील जाखड़ का कोई धड़ा नहीं, वो धड़े नहीं बना रहा। जे उन्हें धड़ा बनाउणा हुंदा ते हुण उत्थे जाके धिर बन के खलो जांदा। वो अजे तक भी पासे आ, धड़े उत्थे चार ही ने। उन्हां चौं धड़ियां की लड़ाई 'च जिथे हुण गल पहुँच गई है, जिद्दां मुख्यमंत्री ने कल जाके चमकौर साहब दे विच भाषण दिंदिआं गल्लां गल्लां 'च नवजोत सिंह सिद्धू का नाम लए बगैर ये तो कह दिंदा साडी सरकार करदी की है, सीधे तौर पर मुख्यमंत्री के खिलाफ बोलता। उन्हें कांग्रेस का जां कांग्रेस प्रधान के अहुदे का जां इहदा नाम लए बगैर जिद्दां ठोक ठोक के गल्लां अपणियां कहीआं कि मैं आ कर दूँ, मैं वो कर दूँ। इहदे तो बाद टकराਅ इन्ना वध गया सरकार के अंदर कि इस टकराਅ ने हफ्ता डेढ़ हफ्ता तो वध सरकार चलन नहीं देनी। इन्हां नूं जां तां एक मिनिस्टर फॉर कोआर्डीनेशन ला दिओ, अजे तक ये काम प्रगट सो करदा सी। जिस दिन सर्व पार्टी मीटिंग हुंदी सी उस दिन प्रगट सिंह थोड़ी देर उठ के वाशरूम गया तो उत्थे किसी दूजी पार्टी के लीडर ने उन्होंने मजाक नाल आख्या सी, प्रगट सिंह जी तुसीं काहनूं वाशरूम आ गए, तुसीं उत्थे रहिंदे। कहंदा क्यों? आखे जे तुहाडे जांदिआं तक किसी गल तो भड़क के नवजोत सिंह सिद्धू वाकआउट कर गया तो मुड़ के उन्होंने लभण तुरोगे कित्थे चला गया। ये हालत जिहड़ी बनी पई है इन्हां दी। उत्थे वो चंडीगढ़ च मीटिंग करते हैं तो ये पिंड बुरज जवाहर सिंह वाला चल जाता। ये सच्चा होवे जिन्ना मर्जी सच्चा होवे, पर पार्टी च कोआर्डीनेशन की जिम्मेवारी इहदी सी कांग्रेस प्रधान के तौर पर, पर वो नहीं करवा रहा। दूजे पासे मुख्यमंत्री नाल दे मतभेद इन्ने आ कि केंद्र तो आया कांग्रेस का इंचार्ज जे इत्थे गल नहीं बनी तो इन्हां दोवां नूं लै गया केदारनाथ की यात्रा ते उत्तराखंड च बह के समझौता कराया। उत्थों आके शाम नूं इकट्ठी मीटिंग भी ला ली। मीटिंग विच नवजोत सिंह सिद्धू ने आख्या साडे कोई मतभेद नहीं, मेरी तो मुख्यमंत्री की आपो च गल होंदी रहिंदी है, पर अगले दिन उठ के फिर सरकार के खिलाफ बयान दागता। तो जे इहो कुछ करना तो लगी नालों टुट्टी चंगी अड्डो अड्डी हो जाओ। काहनूं ये तुसीं खैबाजी रखी है? इहदे विच पंजाब दा कुछ नहीं तुसीं सवार रहे, काम तो सारे तुहाडे अटके पे आ। लोकी तुहाडे वल वेखदे आ कि तुसीं काम करोगे तो तुसीं काम करन दे बजाय आपो च घसुन मुक्की होई जांदे हो। सरकारां इदां चलदियां हुंदियां।
ਇਹ ਦੋਵੇਂ ਧਿਰਾਂ 'ਚੋਂ ਇੱਕ ਧਿਰ ਜਿਹੜੀ ਆ ਉਹ ਛੱਡ ਕੇ ਪਾਸੇ ਹੋ ਜਾਵੇ, ਨਹੀਂ ਚੱਲਦਾ ਨਾ ਸੀ, ਉਹਨਾਂ ਨੂੰ ਕਹੋ ਆਹ ਰੱਖੋ ਆਪਣੀ ਟਿੰਡ ਫੋੜੀ ਮੈਂ ਚੱਲਿਆ। ਪਰ ਸਰਕਾਰ ਵਿੱਚ ਵੀ ਰਹੀ ਜਾਣਾ ਤੇ ਜੋ ਮੂੰਹ ਹੈ ਉਹ ਵੀ ਕਹੀ ਜਾਣਾ। ਇੱਦਾਂ ਪੰਜਾਬ ਦੇ ਵਿੱਚ ਇੱਦਾਂ ਲੱਗਦਾ ਜਿਵੇਂ ਦੋਵਾਂ ਧਿਰਾਂ 'ਚ ਇਸ ਗੱਲ ਦੀ ਜ਼ਿੱਦ ਆ ਕਿ ਕਾਂਗਰਸ ਪਾਰਟੀ ਦਾ ਬੇੜਾ ਵੱਧ ਕੌਣ ਡੋਬਦਾ ਤੇ ਤੁਹਾਨੂੰ ਖੇਚਲ ਕਰਨ ਦੀ ਲੋੜ ਕੀ ਹੈ। ਉਹ ਤੇ ਲੋਕਾਂ ਕੋਲ ਪਹਿਲਾਂ ਹੀ ਪੱਠਾ ਬੈਠਾ ਪਿਆ, ਥੱਲੇ ਲੋਕੀ ਵੇਖਣ ਡਿਆ ਕਿ ਜਿਹੜੀ ਸਰਕਾਰ ਇਸ ਤਰ੍ਹਾਂ ਚੱਲਦੀ ਅਗਲੀ ਵਾਰੀ ਕਦ ਲਿਆਉਣੀ ਆ। ਇਹ ਜੋ ਕੁਝ ਕਰਦੇ ਪਏ ਆ, ਇਹਨਾਂ ਨੇ ਅਗਲੀ ਵਾਰੀ ਆਉਣ ਦਾ ਇਰਾਦਾ ਨਹੀਂ ਰੱਖਿਆ। ਜੇ ਇਹਨਾਂ ਨੇ ਅਗਲੀ ਵਾਰੀ ਚੰਡੀਗੜ੍ਹ ਜਾਣਾ ਤੇ ਪਹਿਲੀ ਗੱਲ ਚੁੱਪ ਰਹਿਣਾ ਪਊ, ਦੂਜੀ ਵਾਰੀ ਗੱਲ ਕਿ ਲੋਕਾਂ ਵਿੱਚ ਜਾਣਾ ਪਊ। ਚੰਡੀਗੜ੍ਹ 'ਚ ਚੌਕੜੇ ਮਾਰ ਕੇ ਇਹ ਦੁਬਾਰਾ ਨਹੀਂ ਜਿੱਤ ਸਕਦੇ। ਇੱਥੇ ਪੰਨੂ ਸਾਹਿਬ ਇੱਕ ਚੀਜ਼ ਹੋਰ ਵਿਚਾਰਨ ਵਾਲੀ ਉਹ ਇਹ ਆ ਕਿ ਵੀ ਜਿੱਦਾਂ ਚੰਨੀ ਸਾਹਿਬ ਨੇ ਕਿਹਾ ਕਿ ਵੀ ਆਹ ਕੰਮ ਮੈਂ ਠੋਕ ਕੇ ਕਰਤੇ ਤੇ ਅਗਲੇ ਵੀ ਮੈਂ ਕਰ ਦੇਣੇ, ਪਰਵਾਹ ਨਾ ਕਰੋ। ਇੱਕ ਤਾਂ ਸ਼ਾਇਦ STF ਦੀ ਰਿਪੋਰਟ ਦੀ ਗੱਲ ਸੀ, ਉਹ ਕਹਿੰਦੇ 18 ਨਵੰਬਰ ਨੂੰ ਆਈ ਜਾਣੀ, ਕਲੀਅਰ ਹੋ ਜਾਣੀ ਗੱਲ। ਪਰ ਜਿਹੜੇ ਫੈਸਲੇ ਪਿਛਲੇ ਦਿਨੀ ਉਹਨਾਂ ਨੇ ਕੀਤੇ ਵੀ ਸੀਗੇ, ਖਾਸ ਕਰਕੇ ਬਿਜਲੀ ਸਮਝੌਤੇ ਰੱਦ ਕਰਨ ਵਾਲੇ, ਉਹਦੇ 'ਤੇ ਅਜੇ ਮੇਰੇ ਖਿਆਲ ਨਾਲ ਜੇ ਮੈਂ ਗਲਤ ਨਹੀਂ ਤੇ ਅੱਜ ਅਜੇ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜਾ ਕਿ 2 ਦਿਨ ਲਈ ਹੋਣਾ, ਉੱਥੇ ਅਜੇ ਪਿੱਠ ਥਾਪੜਨੀ ਸੀਗੀ ਤੇ ਉਦੋਂ ਪਹਿਲਾਂ ਹੀ ਕਹਿੰਦੇ ਵੀ ਉਧਰ ਟ੍ਰਿਬਿਊਨਲ ਨੇ ਆਖਿਆ ਵੀ ਇਹ ਤੁਸੀਂ ਰੱਦ ਕਰ ਨਹੀਂ ਸਕਦੇ। ਕਹਿਣ ਤੋਂ ਭਾਵੇਂ ਵੀ ਗੋਂਦਵਾਲ ਸਾਹਿਬ ਵਾਲੇ ਦੇ ਉੱਪਰ ਰੋਕ ਲੱਗ ਗਈ ਆ ਤੇ ਤਲਵੰਡੀ ਸਾਹਿਬ ਵਾਲੇ ਤੇ ਅਗਲੇ ਨੇ ਲਾ ਦੇਣੀ ਆ। ਤੇ ਫਿਰ ਗੱਲ ਤੇ ਇੰਨੀ ਕੀ ਸੀਗੀ, ਇਹੋ ਰੋਕ ਜੇ 3-3.5 ਸਾਲ ਪਹਿਲਾਂ ਲੱਗੀ ਹੁੰਦੀ ਤੇ ਉਹ ਜਾਣੇ ਕੋਈ ਨਾ ਕੋਈ ਲੜ ਘੁਲ ਵੀ ਲੈਂਦੇ ਕਿਸੇ ਅਦਾਲਤ ਦੇ ਵਿੱਚ। ਹੁਣ ਇਹਨਾਂ ਨੇ ਰੱਦ ਕੀਤੇ, ਅਗਲਾ ਰੋਕ ਲਵਾ ਲਈ, ਫਿਰ ਗੱਲ ਤੇ ਉੱਥੇ ਆ ਗਈ। ਦੇਖੋ ਇਹ ਤਾਂ ਹੁਣ ਸਰਕਾਰ ਜੇ ਬਣੀ ਆ, ਇਹ ਤੋਂ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਪੰਜਾਬ ਕਾਂਗਰਸ ਦਾ, ਫਿਰ ਉਹ ਤੇ ਉਹਦੇ ਨਾਲ ਦੇ ਚਾਰੇ ਵਰਕਿੰਗ ਪ੍ਰੈਜ਼ੀਡੈਂਟ ਰਲ ਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕੋਲ ਗਏ, ਇੱਕ ਮੰਗ ਪੱਤਰ ਦੇ ਕੇ ਆਏ। ਹਾਈ ਕਮਾਂਡ ਨੇ 18 ਨਿਕਾਤੀ ਪ੍ਰੋਗਰਾਮ ਦਿੱਤਾ। ਉਹਦੇ 'ਚ ਆਖਿਆ ਗਿਆ ਸੀ ਕਿ ਬਿਜਲੀ ਸਮਝੌਤੇ ਰੱਦ ਕੀਤੇ ਜਾਣਗੇ। ਤੁਹਾਨੂੰ ਯਾਦ ਹੋਵੇਗਾ ਉਸ ਪ੍ਰੋਗਰਾਮ 'ਚ ਮੈਂ ਤੁਹਾਡੇ ਨਾਲ ਹੀ ਸਾਂਝਾ ਪ੍ਰੋਗਰਾਮ ਕੀਤਾ ਤੇ ਮੈਂ ਕਿਹਾ ਸੀ ਕਿ ਹੁਣ ਸਮਾਂ ਨਹੀਂ ਰਹਿ ਗਿਆ, ਇਹਨਾਂ ਤੋਂ ਰੱਦ ਨਹੀਂ ਕੀਤੇ ਜਾਣੇ। ਜਦੋਂ ਇਹ ਕਰਨਗੇ ਉਹ ਕੰਪਨੀਆਂ ਅਦਾਲਤ ਵਿੱਚ ਜਾ ਕੇ ਸਟੇ ਲੈਣਗੀਆਂ। ਜੇ ਹੇਠਲੀ ਅਦਾਲਤ ਤੋਂ ਨਾ ਮਿਲਿਆ ਤੇ ਉੱਪਰ ਸੁਪਰੀਮ ਕੋਰਟ ਚੱਲ ਜਾਣਗੀਆਂ। ਹੁਣ ਤਾਂ ਹੇਠਲੀ ਅਦਾਲਤ ਵਿੱਚ ਵੀ ਨਹੀਂ ਜਾਣਾ ਪਿਆ, ਉਹ ਬਿਜਲੀ ਟ੍ਰਿਬਿਊਨਲ ਕੋਲ ਚਲੇ ਗਏ। ਅੱਜ ਕੱਲ੍ਹ ਰਿਵਾਜ ਇਹ ਪੈ ਗਿਆ ਕਿ ਜਿਹੜੀ ਸਰਕਾਰ ਆਪਣਾ ਸਮਾਂ ਪੂਰਾ ਕਰਕੇ ਜਾਣ ਲੱਗਦੀ ਆ, ਆਪਣੇ ਵੇਲੇ ਦੇ ਜਿੰਨੇ ਆਪਣੇ ਨਾਲ ਅੱਖ ਮਿਲਾ ਕੇ ਚੱਲਣ ਵਾਲੇ ਅਫਸਰ ਆ, ਉਹਨਾਂ ਨੂੰ ਵੱਖੋ ਵੱਖ ਕਮਿਸ਼ਨਾਂ, ਅਥਾਰਟੀਆਂ, ਟ੍ਰਿਬਿਊਨਲਾਂ ਦੇ ਚੇਅਰਮੈਨ ਲਾ ਜਾਂਦੀ ਆ। ਕਈ ਇਹੋ ਜਿਹੇ ਅਫਸਰ ਆ ਜਿਨ੍ਹਾਂ ਦੇ ਉੱਤੇ 36 ਦੋਸ਼ ਲੱਗਦੇ ਸੀ, ਇਹੋ ਜਿਹੇ ਕਮਿਸ਼ਨਾਂ ਕਮੇਟੀਆਂ 'ਚ ਪਾ ਦਿੱਤੇ ਜਾਂਦੇ ਆ। ਲੋਕੀ ਮੂੰਹੋਂ ਮੂੰਹ ਕਹਿੰਦੇ ਆ ਫਲਾਣੇ ਕਮਿਸ਼ਨ ਦਾ ਫਲਾਣਾ ਚੇਅਰਮੈਨ ਉਹ ਫਲਾਣੇ ਦੇ ਕਹਿਣ 'ਤੇ ਲਾਇਆ ਗਿਆ ਸੀ। ਉਹ ਜਦੋਂ ਲੱਗ ਜਾਂਦੇ ਆ, ਸਰਕਾਰ ਨਵੀਂ ਆ ਵੀ ਜਾਵੇ, ਉਹਨਾਂ ਦੀ ਮਿਆਦ ਕਾਫੀ ਲੰਮੀ ਹੁੰਦੀ ਆ, ਉਹ ਪਿਛਲੀ ਸਰਕਾਰ ਦੇ ਕਹਿਣ 'ਤੇ ਚੱਲਦੇ ਰਹਿੰਦੇ ਆ। ਹੁਣ ਵੀ ਇਹ ਪਤਾ ਹੀ ਸੀ, ਜਦੋਂ ਇਹ ਗੱਲ ਚੱਲਣ ਲੱਗੀ ਸੁਖਬੀਰ ਸਿੰਘ ਬਾਦਲ ਨੇ ਉਦੋਂ ਹੀ ਕਹਿ ਦਿੱਤਾ ਸੀ ਜਿੰਨਾ ਜ਼ੋਰ ਤੁਸੀਂ ਲਾਉਣਾ ਲਾ ਲਓ, ਤੁਹਾਡੇ ਤੋਂ ਬਿਜਲੀ ਸਮਝੌਤੇ ਰੱਦ ਨਹੀਂ ਕੀਤੇ ਜਾਣੇ, ਕਿਉਂਕਿ ਕੀਤੇ ਨਹੀਂ ਜਾ ਸਕਦੇ। ਮੈਂ ਕਹਿੰਦਾ ਸਭ ਕੁਝ ਹੋ ਸਕਦਾ ਸੀ, ਹੋ ਤਾਂ ਸਕਦਾ ਸੀ ਜੇ ਉਸ ਵਕਤ ਕਰਦੇ ਜਦੋਂ ਸਰਕਾਰ ਨਵੀਂ ਸੀ, ਜਦੋਂ ਅਜੇ ਸਰਕਾਰ ਦੀ ਸਵੇਰ ਸੀ। ਹੁਣ ਟਾਈਮ ਇਹਨਾਂ ਲੰਘ ਗਿਆ ਕਿ ਉਹ ਜਿਹੜਾ ਪੰਜਾਬੀ ਦਾ ਮੁਹਾਵਰਾ, ਜਦੋਂ ਪਈਆਂ ਤਕਾਲਾਂ ਤੇ ਕੁਚੱਜੀ ਮਾਰੇ ਛਾਲਾਂ, ਇਸ ਵੇਲੇ ਜਿਹੜੀ ਇਹ ਇਹਨਾਂ ਦੀ 5 ਸਾਲਾਂ ਵਾਲੀ ਸਰਕਾਰ ਸੀ ਉਹਦੀਆਂ ਤਕਾਲਾਂ ਪੈ ਗਈਆਂ। ਹੁਣ ਤਾਂ ਜਿੱਦਾਂ ਦਿਨ ਦੇ 2 ਘੰਟੇ ਰਹਿ ਜਾਂਦੇ, ਉਸ ਤਰ੍ਹਾਂ 2-3 ਮਹੀਨੇ ਰਹਿ ਗਏ ਆ ਤੇ ਉਹਨੇ 'ਚ ਕਰ ਕੀ ਲੈਣਗੇ। ਇੱਕ ਟ੍ਰਿਬਿਊਨਲ ਨੇ ਸਟੇ ਦੇ ਦਿੱਤਾ, ਇਹ ਸਟੇ ਤੜਵਾਉਣ ਵਾਸਤੇ ਹਾਈ ਕੋਰਟ ਜਾਣਗੇ, ਉੱਥੇ ਜਾ ਕੇ ਬਹਿਸ ਹੋਏਗੀ, ਮਹੀਨਾ ਲੰਘ ਜਾਏਗਾ, ਫਿਰ ਸੁਪਰੀਮ ਕੋਰਟ ਚਲੇ ਜਾਓ। ਸਮਾਂ ਤੇ ਸ਼ਕਤੀ ਇਸ ਕੰਮ 'ਚ ਲਾਈ ਜਾਓ, ਕੰਮ ਕੋਈ ਨਹੀਂ ਹੋਣਾ। ਜਿਹੜੀਆਂ ਕੰਪਨੀਆਂ ਉਹ ਚਲਾਉਂਦੀਆਂ ਨੇ, ਜੇ ਤੁਸੀਂ ਆਪ ਕਹਿੰਦੇ ਆ ਕਿ ਉਹਨਾਂ ਨੂੰ 36,000 ਕਰੋੜ ਦੀ ਕਮਾਈ ਹੋ ਸਕਦੀ ਹੈ ਜੇ ਸਮਝੌਤੇ ਨਾ ਤੋੜੇ, ਜਿਨ੍ਹਾਂ ਦੀ ਅੱਖ 36,000 ਕਰੋੜ ਰੁਪਏ ਉੱਤੇ ਆ, ਜੇ ਉਹਦੇ 'ਚੋਂ ਸਿਰਫ 36 ਕਰੋੜ ਰੁਪਏ ਵੀ ਇਸ ਗੱਲ 'ਤੇ ਖਰਚ ਦੇਣ ਕਿ ਅਸੀਂ ਸਟੇ ਕਿੱਦਾਂ ਲੈਣੇ ਆ, ਉਹਦੇ ਵਿੱਚ ਵਕੀਲਾਂ ਦੀਆਂ ਫੀਸਾਂ, ਉਹਦੇ ਵਿੱਚ ਅਫਸਰਾਂ ਨੂੰ ਇੱਧਰੋਂ ਉੱਧਰੋਂ ਜੋ ਕੁਝ ਦੇਣਾ, ਜਿਨ੍ਹਾਂ ਨੇ ਫਾਈਲਾਂ ਤਿਆਰ ਕਰਨੀਆਂ, ਉਹਨਾਂ ਨੂੰ ਕਹਿ ਦਿੱਤਾ ਜਾਵੇ ਕਿ ਫਾਈਲ ਦੇ ਵਿੱਚ ਫਲਾਣੇ ਪੈਰੇ 'ਚ ਇੱਕ ਆਹ ਫਲਾਣੀ ਗੱਲ ਲਿਖ ਦੇਵੀਂ, ਬਾਕੀ ਦਾ ਕੰਮ ਸਾਡੇ ਵਕੀਲ ਉੱਥੇ ਆਪੇ ਕਰ ਲੈਣਗੇ। ਉਹ ਇਦਾਂ ਦਾ ਖਰਚਾ ਕਰਕੇ ਕਿਉਂ ਨਾ ਕਰਾਉਣਗੇ? ਉਹਨਾਂ ਕੋਲ ਬਹੁਤ ਪੈਸਾ ਤੇ ਉਹਨਾਂ ਨੇ ਇਹ ਕੰਮ ਕਰਵਾ ਲੈਣਾ। ਇਸ ਸਰਕਾਰ ਕੋਲ ਹੁਣ ਸਮਾਂ ਵੀ ਨਹੀਂ ਰਹਿ ਗਿਆ, ਔਰ ਇਹਦੇ ਕੋਲ ਇੰਨੇ ਸਿਆਣੇ ਬੰਦੇ ਵੀ ਇਸ ਵੇਲੇ ਹੈ ਨਹੀਂ। ਜਿਹੜੇ ਸਿਆਣੇ ਬੰਦੇ 4 ਹੈਗੇ ਆ, ਉਹ ਇਸ ਸਰਕਾਰ ਨਾਲ ਇਸ ਕਰਕੇ ਲੱਗਣ ਨੂੰ ਤਿਆਰ ਨਹੀਂ ਕਿ ਕੀ ਪਤਾ ਅਗਲੇ ਸਾਲ ਜਿੱਤਣਾ ਕਿ ਨਹੀਂ। ਜੇ ਨਵੀਂ ਕੋਈ ਸਰਕਾਰ ਆ ਗਈ ਤਾਂ ਸਾਡੇ ਖਿਲਾਫ ਉਸੇ ਤਰ੍ਹਾਂ ਹੋ ਜਾਊ ਜਿਵੇਂ ਇਹ ਪਿਛਲਿਆਂ ਦੇ ਖਿਲਾਫ ਹੋਏ ਫਿਰਦੇ ਆ। ਅਫਸਰਾਂ ਦੇ ਵਿੱਚੋਂ ਜਿਨ੍ਹਾਂ ਨੇ ਬਿਜਲੀ ਸਮਝੌਤੇ ਕਰਵਾਏ ਸੀ, ਲੋਕੀ ਮੂੰਹੋਂ ਮੂੰਹ ਕਹਿੰਦੇ ਆ ਕਿ ਉਹਨਾਂ ਅਫਸਰਾਂ ਨੇ ਆਪਣਾ ਕਮਿਸ਼ਨ ਉਦੋਂ ਵੀ ਖੜਾ ਕਰ ਲਿਆ, ਬਾਅਦ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤੇ ਉਹਨਾਂ ਨੂੰ ਇਸ ਗੱਲ ਲਈ ਮਨਾ ਲਿਆ ਕਿ ਤੁਸੀਂ ਸਮਝੌਤੇ ਤੋੜਿਓ ਨਾ, ਚੱਲਦੇ ਰਹਿਣ ਦਿਓ। ਦੋਹਰੀ ਵਾਰੀ ਉਹਨਾਂ ਤੋਂ ਕਮਿਸ਼ਨ ਖੜਾ ਕਰ ਲਿਆ। ਜਿਹੜੇ ਉਦੋਂ ਕਮਿਸ਼ਨ ਖੜਾ ਕਰ ਚੁੱਕੇ ਆ,
ਉਹਦੇ ਬਾਅਦ ਉਹਨਾਂ ਹੀ ਪੋਸਟਾਂ ਤੇ ਹੁਣ ਤੱਕ ਟਿਕੇ ਆ। 19-21 ਖੱਬੇ ਸੱਜੇ ਸੱਜੇ ਖੱਬੇ ਖੱਬੇ ਸੱਜੇ ਉੱਥੇ ਹੀ ਰਹਿੰਦੇ ਆ, ਹੁਣ ਵੀ ਉੱਥੇ ਨੇ। ਉਹ ਇਹਨਾਂ ਸਮਝੌਤਿਆਂ ਨੂੰ ਕਦੇ ਵੀ ਟੁੱਟਣ ਨਹੀਂ ਦੇਣਗੇ, ਇਹਨਾਂ ਸਮਝੌਤਿਆਂ ਨੂੰ। ਬਲਕਿ ਇੱਕ ਪਾਸੇ ਸਰਕਾਰ ਦੇ ਕਹਿਣ ਤੇ ਫਾਈਲ ਤਿਆਰ ਕਰ ਦਿਆ ਕਰਨਗੇ, ਦੂਸਰੇ ਪਾਸੇ ਉਹਨਾਂ ਨੂੰ ਫੋਨ ਕਰ ਦਿਆ ਕਰਨਗੇ ਕਿ ਆਹ ਅਸੀਂ ਕਰ ਦਿੱਤਾ ਤੇ ਫਲਾਣੀ ਗੱਲ ਇਹ 'ਚ ਤੁਹਾਡੇ ਕੰਮ ਦੀ ਆ, ਜਾ ਕੇ ਇਹਨੂੰ ਵਰਤ ਲਓ ਤੇ ਜਾ ਕੇ ਸਟੇ ਲੈ ਲਓ। ਇਸ ਕਰਕੇ ਕੁਛ ਨਹੀਂ ਹੋਣਾ, ਸਮਾਂ ਲੰਘ ਗਿਆ। ਹੁਣ ਤਾਂ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਊ ਇਹ ਜਿਹੜੀ ਸਾਡੀ ਜੱਤ ਲੱਥਣੀ ਹੈ, ਲੱਥਣੀ ਲੱਥਣੀ ਜੀ। ਅੱਛਾ, ਹੁਣ ਇਹ ਸਾਰੇ ਕੁਛ ਦੇ ਵਿੱਚ ਜਿਹੜੀ ਚੀਜ਼ ਰਵਨੀਤ ਬਿੱਟੂ ਹੋਰੀ ਕਹਿੰਦੇ ਆ, ਉਹ ਕਹਿੰਦੇ ਆ ਵੀ ਐਵੇਂ ਲੋਕ ਭਲਾਈ ਦੀਆਂ ਸਕੂਮਾਂ ਵਾਲੇ ਪਾਸੇ ਚੰਨੀ ਸਾਹਿਬ ਬਾਅਦ 'ਚ ਆ ਜਾਓ, ਪਹਿਲਾਂ ਸਿੱਧੂ ਸਾਹਿਬ ਨੂੰ ਖੁਸ਼ ਕਰ ਲਓ, ਕਿਉਂਕਿ ਤੁਸੀਂ ਇੱਧਰੋਂ ਐਲਾਨ ਕਰਦੇ ਆ, ਉੱਧਰੋਂ ਅਗਲੇ ਪਟਾਕਾ ਪਾਉਣ ਦੇ ਗੱਲ ਉੱਥੇ ਦੀ ਉੱਥੇ ਆ ਜਾਂਦੀ ਹੈ। ਤੇ ਹੁਣ ਤੇ ਆ ਮੇਰੇ ਖਿਆਲ ਨਾਲ ਜੇ ਰੱਦ ਕੀਤਿਆਂ ਦੀ ਅਜੇ ਮੇਰੇ ਖਿਆਲ ਨਾਲ ਪੂਰੀ ਖੁਸ਼ੀ ਮਨਾਈ ਵੀ ਨਹੀਂ ਸੀਗੀ ਚੰਨੀ ਸਰਕਾਰ ਨੇ। ਤੇ ਆਹ ਜਿਹੜਾ ਕੰਮ ਹੋ ਗਿਆ, ਕੱਲ੍ਹ ਨੂੰ ਹੀ ਸਿੱਧੂ ਸਾਹਿਬ ਦਾ ਕੋਈ ਨਾ ਕੋਈ ਫੇਰ ਟਵੀਟ ਬਿਆਨ ਆ ਜਾਣਾ ਵੀ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਵੀ ਜਦੋਂ ਕੰਮ ਕਰਨ ਵਾਲਾ ਸੀ ਉਦੋਂ ਤੁਸੀਂ ਕੀਤਾ ਨਹੀਂ, ਹੁਣ ਤੁਸੀਂ ਗੱਲਾਂ ਕਰਦੇ ਹੋ। ਇਹ ਜਿਹੜਾ ਤੁਸੀਂ ਅੱਗੇ 4-5 ਧਿਰਾਂ ਕਹਿੰਦੇ, ਮੈਨੂੰ ਤੇ 15-18 ਧਿਰਾਂ ਦੱਸਣੀਆਂ ਕਾਂਗਰਸ ਪਾਰਟੀ 'ਚ ਵੀ, ਇਕੱਲੇ ਇਕੱਲੇ ਲੀਡਰ ਦੀ ਆਪਣੀ ਧਿਰ। ਜਿਹੜਾ ਰਵਨੀਤ ਸਿੰਘ ਬਿੱਟੂ ਆ, ਇਹਨੇ ਚੰਡੀਗੜ੍ਹ ਜਾਣਾ ਹੋਵੇ ਤੇ ਉਹਦਾ ਕੋਈ ਵੀਜ਼ਾ ਲੈਣਾ ਪੈਂਦਾ। ਇਹ ਪਾਰਟੀ ਦਾ MP ਆ, ਇੱਕ ਵਾਰ ਤੋਂ ਵੱਧ ਵਾਰ ਜਿੱਤਿਆ ਹੋਇਆ MP ਆ। ਰਾਹੁਲ ਗਾਂਧੀ ਦੇ ਤੇ ਪ੍ਰਿਯੰਕਾ ਗਾਂਧੀ ਦੇ ਬਹੁਤ ਨੇੜੇ ਗਿਣਿਆ ਜਾਂਦਾ। ਪਾਰਲੀਮੈਂਟ ਦੇ ਵਿੱਚ, ਲੋਕ ਸਭਾ 'ਚ ਗਰੁੱਪ ਲੀਡਰ ਵੀ ਆ ਪਾਰਟੀ ਦਾ। ਜੇ ਇਹਦੇ ਕੋਲ ਇੰਨੀਆਂ ਤਾਕਤਾਂ ਨੇ ਤੇ ਪਾਸੇ ਬੈਠ ਕੇ ਜਿਵੇਂ ਟਿਚਰਾਂ ਜੀਆਂ ਕਰਨੀਆਂ ਹੁੰਦੀਆਂ, ਕਰ ਲਓ ਸੌਦਾ ਹੱਦਾ ਜਿਹਾ, ਆ ਪਾਸਿਓਂ ਚੋਭਾ ਜੀਆਂ ਲਾਉਣ ਦੇ ਬਜਾਏ ਇਹ ਜਾਵੇ ਉੱਥੇ, ਚੰਨੀ ਨੂੰ ਵੀ ਮਿਲੇ, ਸਿੱਧੂ ਨੂੰ ਵੀ ਮਿਲੇ, ਦੋਵਾਂ ਨੂੰ ਆਖੇ ਭਾਈ ਦੇਖੋ ਪਾਰਟੀ ਦੀ ਇੱਜ਼ਤ ਦਾ ਸਵਾਲ ਆ, ਪਾਰਟੀ ਦੇ ਭਵਿੱਖ ਦਾ ਸਵਾਲ ਆ। डूबेगे किश्ती तो डूबेंगे सारे, ना तुम ही रहोगे ना साथी तुम्हारे। ते हौली जी कह देवे कि फिर पल्ले नहीं पैना कुछ हमारे, अगलियां पार्लीमेंट चोणां च असीं भी डुब जांगे, क्यों तुसीं डुबना ते सानूं भी डुबना, कुछ करके विखाओ। नहीं मनदे ते दिल्ली जाके राहुल गांधी ते प्रियंका गांधी नूं आखे कि उत्थे पंजाब विच नवजोत सिंह सिद्धू नूं पुछो ते ओह कहंदा मैं राहुल जी, प्रियंका जी, सोनिया जी दा सिपाही हाँ। जे चन्नी साहब नूं पुछो कहंदे मैं राहुल जी, प्रियंका जी, सोनिया जी दा सिपाही हाँ। अज ਉਹ ਬਠਿੰਡੇ ਚੋਂ ਗੁਰਪ੍ਰੀਤ ਸਿੰਘ ਕਾਂਗੜ ਬੋਲਿਆ, ਉਹਨੇ ਜੋ ਕੁਝ ਕਹਿ ਸਕਦਾ ਸੀ ਇਸ ਸਰਕਾਰ ਦੇ ਬਾਰੇ, ਸਿੱਧੂ ਦੇ ਬਾਰੇ ਕਹਿਤਾ, ਤੇ ਬਾਅਦ 'ਚ ਕੀ ਆਖਿਆ ਉਹਨੇ ਵੀ, ਉਹ ਮੈਂ ਰਾਹੁਲ ਜੀ, ਮੈਂ ਪ੍ਰਿयंका ਜੀ ਦਾ ਸਿਪਾਹੀ ਹਾਂ। ਜੇ ਤੁਸੀਂ ਸਾਰੇ ਸਿਪਾਹੀ ਆ ਤੇ ਸਾਰੇ ਦੇ ਸਾਰੇ ਇੱਕ ਬੈਰਕ ਵਿੱਚ ਇਕੱਠੇ ਕਿਉਂ ਨਹੀਂ ਹੁੰਦੇ? ਰਵਨੀਤ ਸਿੰਘ ਬਿੱਟੂ ਪਾਸੇ ਤੋਂ ਇਹੋ ਜਿਹੇ ਟਵੀਟ ਉਹ ਵੀ ਕਰੀ ਜਾਂਦਾ। ਟਵੀਟ ਕੀ ਹੁੰਦਾ? ਜਿਹੜੇ ਚਿੜੀ ਚੀਂ ਚੀਂ ਕਰਦੀ ਉਹਨੂੰ ਟਵੀਟ ਕਹਿੰਦੇ ਨੇ। ਇਹ ਚਿੜੀ ਦੀ ਫੋਟੋ ਜੀ ਹੈ, ਚੀਂ ਚੀਂ ਕਰਦੇ ਪਏ ਨੇ ਸਾਰੇ ਆਪੋ ਆਪਣੀ ਥਾਂ। ਇਹ ਟਵੀਟ ਕਰਨ ਦੇ ਬਜਾਏ ਇਹ ਟਵੀਟ ਵੀ ਇਹਨਾਂ ਨੇ ਡਾਂਗ ਫੜ ਲਈ ਹੈ, ਡਾਂਗੋ ਡਾਂਗੀ ਹੋਣ ਦੀ ਥਾਂ ਟਵੀਟੀ ਹੁੰਦੇ ਪਏ ਨੇ। ਜਾ ਕੇ ਇਕੱਠੇ ਬੈਠ ਕੇ ਕੋਈ ਆਪਣਾ ਪ੍ਰਬੰਧ ਕਰ ਸਕਦੇ ਕਰ ਲੈਣ, ਨਹੀਂ ਤੇ ਦੂਸਰੇ ਤੁਰੇ ਹੀ ਆਉਂਦੇ ਆ। ਜਦੋਂ ਦੂਸਰੇ ਆ ਗਏ ਤੇ ਫਿਰ ਤੁਹਾਨੂੰ ਆਪੋ ਵਿੱਚ ਸਮਝੌਤਾ ਕਰਨ ਦਾ ਵੀ ਰਾਹ ਨਹੀਂ ਲੱਭਣਾ। ਤੇ ਜੇ ਇਹੋ ਹਾਲਤ ਰਹੀ, ਅਗਲੀਆਂ ਚੋਣਾਂ ਤੋਂ ਪਹਿਲਾਂ ਇੱਕ ਸੀਟ ਦੇ ਉੱਤੇ ਟਿਕਟਾਂ ਤੋਂ ਲੜਨਗੇ, ਇੱਕ ਸੀਟ ਤੇ 5 ਦਾਅਵੇਦਾਰ ਹੋਣਗੇ। ਜੇ ਟਿਕਟਾਂ ਦੀ ਤਹਿ ਦਿੱਲੀ ਜਾ ਕੇ ਬਹਿ ਹੀ ਗਈ ਤੇ ਸਾਰੇ ਆਪੋ ਆਪਣੀ ਸੀਟ ਜਿਹੜੀ ਆ ਉਹ ਚੋਣ ਲੜਨ ਦੇ ਬਜਾਏ ਦੂਜੇ ਦੀ ਸੀਟ ਤੋਂ ਹਰਾਉਣ ਵਾਸਤੇ ਸਾਰਾ ਜ਼ੋਰ ਲਾਉਣਗੇ। ਮੈਂ ਕੱਲ੍ਹ ਹੀ ਉੱਥੇ ਅੰਮ੍ਰਿਤਸਰੋਂ ਪਤਾ ਕੀਤਾ ਕਿ ਇੱਥੇ ਕਾਂਗਰਸ ਦੀਆਂ ਕਿੰਨੀਆਂ ਸੀਟਾਂ ਨੇ। ਉਹ ਮੇਰੇ ਮੂੰਹ ਵੱਲ ਵੇਖਣ ਕਹਿੰਦੇ ਕਿੰਨੀਆਂ? ਤੁਸੀਂ ਸਿੱਧਾ ਹੀ ਪੁੱਛੋ ਵੀ ਕੋਈ ਆਉਂਦੀ ਵੀ ਜਾਪਦੀ ਕਿ ਨਹੀਂ ਜਾਪਦੀ। ਮੈਂ ਕਿਹਾ ਇੱਕ ਤਾਂ ਆਉਂਦੀ ਨਵਜੋਤ ਸਿੰਘ ਸਿੱਧੂ ਦੀ। ਕਹਿੰਦੇ ਤੁਹਾਨੂੰ ਕਿਹਨੇ ਆਖਿਆ? ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਸਤੇ ਪਹਿਲਾਂ ਤੇ ਮਜੀਠੇ ਵਾਲੇ ਸਰਦਾਰ ਨੇ, ਬਿਕਰਮ ਸਿੰਘ ਨੇ ਜ਼ੋਰ ਲਾਉਣਾ, ਫਿਰ ਲਾਉਣਾ ਭਾਜਪਾ ਵਾਲਿਆਂ ਨੇ ਜਿਨ੍ਹਾਂ ਨੂੰ ਛੱਡ ਕੇ ਆਇਆ। ਉਹਦੇ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਪਾਸੇ ਰਹਿਣ ਦਿਓ, ਕਾਂਗਰਸ ਦੇ ਵਿੱਚੋਂ ਨਿਖੜਿਆ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਲਾਊ ਤੇ ਬਾਕੀ ਰਹਿੰਦੀ ਕਸਰ ਕੱਢਣਗੇ ਚੰਨੀ ਗਰੁੱਪ, ਹੋਰ ਕੋਈ ਗਰੁੱਪ, ਜਿੰਨੇ ਵੀ ਕਾਂਗਰਸ ਦੇ ਅੰਦਰਲੇ ਗਰੁੱਪ ਆ, ਜਿਨ੍ਹਾਂ ਸਾਰਿਆਂ ਨੂੰ ਇਹ ਜਾਪਦਾ ਕਿ ਬੰਦਾ ਸਾਨੂੰ ਚੱਲਣ ਨਹੀਂ ਦਿੰਦਾ, ਉਹ ਫਿਰ ਵੇਰਕੇ 'ਚ ਇਹਦੀ ਗੱਡੀ ਨਹੀਂ ਚੱਲਣ ਦੇਣਗੇ। ਮੈਂ ਕਿਹਾ ਇਹੋ ਜਿਹੇ ਹਾਲਾਤ, ਕਹਿੰਦੇ ਜੀ ਵੇਖੋ ਤਾਂ ਤੁਸੀਂ ਕੀ ਬਣਦਾ ਪਿਆ। ਇਹਨਾਂ 'ਚੋਂ ਹਰ ਕੋਈ ਦੂਸਰੇ ਦੇ ਹਲਕੇ ਵੱਲ ਵੇਖਦਾ ਕਿ ਉਹਨੂੰ ਮੈਂ ਪਾਰ ਨਹੀਂ ਲੱਗਣ ਦੇਣਾ। ਆਪਣੇ ਹਲਕੇ ਵਿੱਚ ਕੋਈ ਕੰਮ ਨਹੀਂ ਕਰ ਰਿਹਾ, ਆਪਣੇ ਹਲਕੇ ਦਾ ਕੋਈ ਵਿਕਾਸ ਨਹੀਂ ਕਰ ਰਿਹਾ। ਇੱਕ ਵਾਰੀ ਇੱਕ ਬੰਦੇ ਨੇ ਆਖਿਆ ਸੀ, ਮੇਰੇ ਗੁਆਂਢੀ ਬਹੁਤ ਚੰਦਰੇ ਆ, ਇਹ ਹਰ ਵਕਤ ਕੰਧ ਉੱਤੋਂ ਦੀ ਸਾਡੇ ਵਾਲੇ ਪਾਸੇ ਨੂੰ ਝਾਤੀਆਂ ਮਾਰਦੇ ਰਹਿੰਦੇ ਆ। ਦੂਜੇ ਨੇ ਆਖਿਆ ਇਹਦਾ ਇਲਾਜ ਤਾਂ ਬੜਾ ਸੌਖਾ, ਤੂੰ ਥੋੜ੍ਹੀ ਜਿਹੀ ਕੰਧ ਉੱਚੀ ਕਰ ਲਾ। ਕਹਿੰਦਾ ਜੇ ਭਲਕੇ ਉਹਨਾਂ ਦੇ ਘਰ ਝਾਤੀ ਮਾਰਨੀ ਪਈ ਤੇ ਮੈਂ ਕੀ ਕਰੂੰਗਾ? ਇਹ ਸਾਰੇ ਦੇ ਸਾਰੇ ਇੱਦਾਂ ਦੇ ਆ ਜਿਹੜੇ ਗੁਆਂਢੀਆਂ ਦੇ ਘਰ ਝਾਤੀ ਮਾਰਨੀ ਚਾਹੁੰਦੇ ਆ ਪਰ ਆਪਣੇ ਘਰ ਝਾਤੀ ਵੱਜਦੀ ਤੋਂ ਤੜਫਦੇ ਆ। ਇਸ ਕਰਕੇ ਇਹ ਸਾਰੇ, ਇਹਨਾਂ ਨੂੰ ਕਿਸੇ ਨੂੰ ਬਾਹਰੋਂ ਡੇਗਣ ਦੀ ਲੋੜ ਨਹੀਂ। ਇਹ ਸਾਰੇ
ਉਹ ਨਿਊਜ਼ੀਲੈਂਡ ਦੀ ਸਰਕਾਰ ਨੇ ਤੇ ਅੱਜ ਇੱਛਾ ਮੌਤ ਦਾ ਹੱਕ ਦਿੱਤਾ, ਇਹ ਤੇ ਪਹਿਲਾਂ ਹੀ ਆਪਣੀ ਇੱਛਾ ਮੌਤ ਦੀਆਂ ਤਿਆਰੀਆਂ ਕਰੀ ਬੈਠੇ ਨੇ। ਪਰ ਇਹਦੇ ਚਲੋ ਮਾਲਵੇ ਵਾਲੇ ਸਰਦਾਰ ਤੇ ਖੁਸ਼ ਆ ਨਾ, ਸੁਖਬੀਰ ਬਾਦਲ ਹੋਰੀ ਮੇਰੇ ਖਿਆਲ ਨਾਲ ਅੰਦਰੇ ਅੰਦਰ ਖੁਸ਼ ਹੋਣੇ ਵੀ ਚੰਗਾ ਤੁਸੀਂ ਆਪਸ 'ਚ ਫਸੇ ਰਹੋ ਤੇ ਸਾਡਾ ਕੰਮ ਸੈੱਟ ਆ। ਵੈਸੇ ਦਬਕਾ ਉਹਨਾਂ ਨੇ ਮਾਰਤਾ, ਕਿਉਂਕਿ ਹੁਣ ਜਦੋਂ ਇਹ ਪਤਾ ਲੱਗਾ ਵੀ ਸ਼ਾਇਦ ਕੋਈ ਬਰਗਾੜੀ ਮਾਮਲੇ 'ਤੇ ਜਾਂ ਉਹ ਬੇਅਦਬੀ ਮਾਮਲੇ 'ਤੇ ਸਰਕਾਰ ਕੁਛ ਕਰਨ ਨੂੰ ਫਿਰਦੀ ਆ, ਤੇ ਉਹ ਕਹਿੰਦੇ ਵੀ ਇਹ ਸਰਕਾਰ ਕੋਲੇ ਹੈ ਕੁਝ ਨਹੀਂ ਗਾ। ਪਹਿਲੀ ਵੀ ਜਿਹੜੀ ਉਹ SIT ਬਣਾਈ ਸੀ ਉਹਦੇ 'ਚੋਂ ਵੀ ਨਿਕਲਿਆ ਕੁਛ ਨਹੀਂ। ਉਹ ਅਫਸਰ ਜਿਹੜਾ ਸੀ ਸਾਨੂੰ ਤੰਗ ਕਰਦਾ ਉਹ ਵੀ ਪਾਸੇ ਹੋ ਗਿਆ, ਤੇ ਹੁਣ ਵੀ ਜੇ ਕਿਸੇ ਅਫਸਰ ਨੇ ਸਾਡੇ ਖਿਲਾਫ ਕੁਛ ਉਹੋ ਜਿਹਾ ਕੀਤਾ ਸਰਕਾਰ ਦੇ ਕਹਿਣ 'ਤੇ ਡੈਰੀ ਮੈਂ ਰੱਖੀ ਆ, ਨੋਟ ਮੈਂ ਕਰ ਲੈਣਾ, ਬਾਅਦ 'ਚ ਦੇਖੋ ਮੈਂ ਵੱਟ ਕਿੱਦਾਂ ਕੱਢਦਾ। ਉਹਨਾਂ ਦਾ ਦਬਕਾ ਉਸੇ ਹਿਸਾਬ ਨਾਲ ਚੱਲੀ ਜਾਂਦਾ, ਅਤੇ ਜਿਸ ਹਿਸਾਬ ਨਾਲ ਇਹ ਲੜੇ ਅਗਲਿਆਂ ਦਾ ਦਬਕਾ ਚੱਲਦਾ, ਫਿਰ ਕੁੱਲ ਮਿਲਾ ਕੇ ਮੈਂ ਤਾਂ ਕਹਿੰਦਾ ਵੋਟਾਂ ਕਰਾਉਣੀਆਂ ਕਦ ਲਈ ਆ, ਹੁਣੇ ਹੀ ਵੈਸੇ ਕੁਝ ਚਾਬੀਆਂ ਦੇ ਜਾਣ ਕਿ ਨਹੀਂ ਜੀ? ਨਹੀਂ, ਕਿਹਨੂੰ ਦੇ ਜਾਣ? ਅਗਲੇ ਪਾਸੇ ਵੀ ਇੱਕ ਨਹੀਂ ਗਾ ਜੀ। ਉੱਥੇ ਵੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਸਾਡਾ ਕਰੰਟ ਵਧਿਆ ਥੱਲੇ ਇਸ ਵੇਲੇ। ਉਹ ਕਹਿੰਦੇ ਅੰਡਰ ਕਰੰਟ ਸਾਡੇ ਪੱਖ ਵਿੱਚ ਆ। ਸੁਖਬੀਰ ਸਿੰਘ ਬਾਦਲ ਨੂੰ ਕੌਣ ਪੁੱਛਦਾ? ਜਿੱਥੇ ਜਾਵੇ ਵੱਟੇ ਵੱਜਦੇ ਆ। ਇਹ ਕਹਿੰਦੇ ਵੱਟੇ ਵੀ ਵੱਜਦੇ, ਅਸੀਂ ਲੋਕਾਂ ਵਿੱਚ ਤੇ ਜਾਂਦੇ ਆ ਨਾ। ਤੁਸੀਂ ਕਦੇ ਗਏ ਜੇ ਕਿਤੇ? ਤੁਸੀਂ ਤੇ ਦਿੱਲੀ ਵਾਲੇ ਬਾਬੂ ਨੂੰ ਡਿੱਗਦੇ ਜੇ, ਉਹ ਮਹੀਨੇ ਕੁ ਪਿੱਛੋਂ ਆਉਂਦਾ, 2 ਦਿਨ ਇੱਥੇ ਲਾ ਜਾਂਦਾ, ਉਹ 2 ਦਿਨ ਤੁਹਾਨੂੰ ਨਾਲ ਲਈ ਫਿਰਦਾ, ਫੋਟੋ ਖਿਚਾ ਕੇ ਤੁਰ ਜਾਂਦਾ, ਮੁੜ ਕੇ ਤੁਸੀਂ ਅੰਦਰ ਹੀ ਵੜ ਕੇ ਬਹਿ ਜਾਂਦੇ ਜੇ। ਤੁਸੀਂ ਜਾਂਦੇ ਕਿੱਥੇ ਜੇ? ਉਹਨਾਂ ਦੀ ਵੀ ਹਾਲਤ ਇੱਦਾਂ ਦੀ ਹੈ। ਇਹਨਾਂ ਦੀ ਅਕਾਲੀਆਂ ਦੀ ਇੱਕ ਅੰਦਰਲੀ ਗੱਲ ਜਿਹੜੀ ਆ ਉਹ ਇਹ ਨਿਕਲਦੀ ਆ ਕਿ ਇਸ ਵੇਲੇ ਇਹਨਾਂ ਦੀ ਜੇ ਕੋਈ ਸਭ ਤੋਂ ਸੌਖੀ ਸੀਟ ਹੈ ਤੇ ਉਹ ਮਜੀਠੇ ਵਾਲੀ ਆ। ਬਿਕਰਮ ਸਿੰਘ ਮਜੀਠੀਏ ਦੇ ਮੁਕਾਬਲੇ ਉੱਤੇ ਕੋਈ ਨਹੀਂ ਟਿਕਦਾ ਪਿਆ। ਸੁਖਬੀਰ ਸਿੰਘ ਬਾਦਲ ਵਾਲੀ ਸੀਟ ਵੀ ਇਸ ਵੇਲੇ ਉਨੀ ਸੌਖੀ ਨਹੀਂ, ਤੇ ਅਕਾਲੀਆਂ ਦੇ ਬੰਦੇ ਅੰਦਰੋਂ ਇਹ ਕਹਿੰਦੇ ਆ ਕਿ ਜਿਹਦੀ ਸੀਟ ਦੇ ਉੱਤੇ ਜ਼ੋਰ ਲਾਉਣ ਦੀ ਲੋੜ ਨਹੀਂ, ਜਿੱਤੀ ਜਿਤਾਈ ਆ, ਉਹਨੇ ਸਾਰੇ ਪੰਜਾਬ 'ਚ ਘੁੰਮਣਾ। ਇਹ ਕਿਤੇ ਇਹਨਾਂ ਚੋਣਾਂ ਦੇ ਵਿੱਚ ਇਹ ਨਾ ਹੋਵੇ ਕਿ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਜਿਹੜਾ ਮਰਜ਼ੀ ਬਣਦਾ ਫਿਰੇ, ਅਕਾਲੀ ਰਾਜਨੀਤੀ ਦੀ ਲੀਡਰਸ਼ਿਪ ਦਾ ਭਵਿੱਖ ਹੀ ਬਦਲਿਆ ਹੋਵੇ, ਚਿਹਰਾ ਬਦਲਿਆ ਫਿਰਦਾ ਹੋਵੇ। ਇਹ ਕਈ ਕਿਸਮ ਦੀਆਂ ਗੱਲਾਂ ਚੱਲਦੀਆਂ ਪਈਆਂ। ਸੁਖਬੀਰ ਸਿੰਘ ਬਾਦਲ ਨੂੰ ਇੱਕ ਗੱਲ ਦਾ ਕ੍ਰੈਡਿਟ ਮਿਲ ਸਕਦਾ, ਉਹ ਇਹ ਕਿ ਜਿੱਥੇ ਮਰਜ਼ੀ ਜਾਵੇ ਲੋਕੀ ਕਾਲੇ ਝੰਡੇ ਵਿਖਾਉਣ, ਲੋਕੀ ਨਾਅਰੇ ਲਾਉਣ, ਲੋਕੀ ਪੱਥਰ ਮਾਰਨ। 1-2 ਥਾਵਾਂ 'ਤੇ ਲੋਕਾਂ ਨੇ ਜੁੱਤੀ ਵੀ ਸੁੱਟ ਦਿੱਤੀ ਹੈ। ਉਹਦੀ ਪਰਵਾਹ ਨਹੀਂ ਕਰਦਾ, ਲਗਾਤਾਰ ਤੁਰਿਆ ਫਿਰਦਾ। ਉਹ ਕਹਿੰਦਾ ਕੋਈ ਗੱਲ ਨਹੀਂ, ਜੇ ਮੇਰੇ ਖਿਲਾਫ ਵੀ ਕੁਝ ਕਰਨਗੇ, ਨੈਗੇਟਿਵ ਪਬਲਿਸਿਟੀ ਸੀ, ਪਬਲਿਸਿਟੀ ਤੇ ਹੈਗੀ ਆ ਨਾ। ਇਸ ਕਰਕੇ ਉਹ ਲਗਾਤਾਰ ਲੱਗਾ ਜਾਂਦਾ, ਜਦ ਕਿ ਬਾਕੀ ਕੋਈ ਪਾਰਟੀ ਇਸ ਵੇਲੇ ਲੋਕਾਂ 'ਚ ਨਹੀਂ ਜਾ ਰਹੀ। ਕਿਸੇ ਪਾਰਟੀ ਦਾ ਕੋਈ ਜਲਸਾ, ਕਿਤੇ ਰੈਲੀ ਕਿਸੇ ਥਾਂ 'ਤੇ ਨਹੀਂ ਹੋ ਰਿਹਾ। ਇਹ ਆਪਣੀਆਂ ਮੀਟਿੰਗਾਂ ਲਗਾਤਾਰ ਕਰੀ ਜਾ ਰਿਹਾ। ਇਸ ਗੱਲ ਦਾ ਖਟਿਆ ਖਾ ਸਕਦਾ ਉਹ। ਬਿਲਕੁਲ। ਤੇ ਇੱਕ ਕੈਪਟਨ ਸਾਹਿਬ ਥੋੜ੍ਹੀ ਜਿਹੀ ਸਰਗਰਮੀ ਕਰਕੇ ਫਿਰ ਮੁੜ ਕੇ ਚੁੱਪ ਕਰ ਜਾਂਦੇ ਆ। ਹੁਣ ਵੀ ਉਡੀਕਦੇ ਸੀਗੇ ਲੋਕੀ ਵੀ ਕੈਪਟਨ ਸਾਹਿਬ ਹੁਣ ਅਗਲੀ ਆਪਣੀ ਰਣਨੀਤੀ ਦੱਸਣਗੇ, ਕਿਉਂਕਿ ਜਿੱਥੇ ਗੱਲ ਨਿਬੜੀ ਸੀ ਉਹ ਨਿਬੜੀ ਸੀ ਕਿ ਵੀ ਮੈਂ ਅਮਿਤ ਸ਼ਾਹ ਨੂੰ ਮਿਲਣਾ, 20-25 ਬੰਦੇ ਨਾਲ ਹੋਣਗੇ, ਕਿਸਾਨਾਂ ਦਾ ਆਪਾਂ ਮਸਲਾ ਹੱਲ ਕਰਾ ਦੇਣਾ, ਤੇ ਦੇਖਿਓ ਆਪਾਂ ਵੱਟ ਕਿੱਦਾਂ ਕੱਢਦੇ ਹਾਂ। ਨਾ ਅਮਿਤ ਸ਼ਾਹ ਜੀ ਮਿਲੇ, ਨਾ ਕਿਸਾਨਾਂ ਦਾ ਮਸਲਾ ਹੱਲ ਹੋਇਆ, ਨਾ ਮੁੜ ਕੇ ਉਹ ਪਾਰਟੀ ਦੇ ਨਾਂ ਤੋਂ ਬਾਅਦ ਹੀ ਕੁਛ ਅੱਗੇ ਹੋਇਆ। ਕੈਪਟਨ ਸਾਹਿਬ ਦੀ ਸਿਆਸਤ ਕੀ ਦੱਸਦੀ ਹੈ ਜੀ ਇਸ ਵੇਲੇ? ਦੇਖੋ, ਜੇ ਤੇ ਕੈਪਟਨ ਫੌਜ ਦਾ ਹੋਵੇ ਤੇ ਉਹਨੂੰ ਇੱਕ ਕੰਪਨੀ ਚਾਹੀਦੀ ਹੈ, ਤੇ ਜੇ ਹੋਵੇ ਸਿਆਸਤ ਦਾ ਜਾਂ ਖੇਡਾਂ ਦਾ, ਉਹਨੂੰ ਇੱਕ ਟੀਮ ਚਾਹੀਦੀ ਹੈ। ਇਸ ਵੇਲੇ ਕੈਪਟਨ ਆਪਣੀ ਟੀਮ ਤਿਆਰ ਕਰਦਾ ਪਿਆ। ਕੈਪਟਨ ਅਮਰਿੰਦਰ ਸਿੰਘ ਦਾ ਸਾਰਾ ਜ਼ੋਰ ਲੱਗਾ ਪਿਆ 2 ਥਾਈਂ। ਇੱਕ ਤਾਂ ਦਿੱਲੀ ਵਾਲੇ ਮੋਰਚੇ 'ਤੇ ਭਾਜਪਾ ਦੀ ਲੀਡਰਸ਼ਿਪ ਨਾਲ ਗੰਢ ਧੁੱਪ ਹੁੰਦੀ ਪਈ ਹੈ ਕਿ ਜੇ ਮੈਂ ਤੁਹਾਡੇ ਲਾਗੇ ਲੱਗਾ ਤੇ ਤੁਸੀਂ ਕੀ ਕਰੋਗੇ, ਮੈਨੂੰ ਕੀ ਦਿਓਗੇ, ਮੇਰੇ ਹੱਥੀਂ ਕਿਸਾਨਾਂ ਨਾਲ ਸਮਝੌਤਾ ਕਰਨਾ ਪਵੇ, ਕਰੋਗੇ ਕਿ ਨਹੀਂ ਕਰੋਗੇ। ਇਸ ਗੱਲ ਦੇ ਉੱਤੇ ਦੋਵੇਂ ਪਾਸੇ ਵਾਰਤਾਲਾਪ ਚੱਲਦਾ ਵਾ, ਗੱਲਬਾਤ ਚੱਲਦੀ ਰਹਿੰਦੀ ਆ। ਅੱਜ ਵੀ ਭਾਜਪਾ ਦੀ ਕੇਂਦਰ ਦੀ ਮੀਟਿੰਗ ਸੀ। ਜੋ ਮੈਨੂੰ ਸੁਣਨ ਨੂੰ ਮਿਲਿਆ ਉਹ ਇਹ ਆ ਕਿ ਉੱਥੇ ਫਿਰ ਮੁੱਦਾ ਇਹ ਬਹੁਤ ਭਾਰੂ ਰਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ 3 ਵਿਧਾਨ ਸਭਾ ਦੀਆਂ ਤੇ 1 ਪਾਰਲੀਮੈਂਟ ਚੋਣ ਦੀ ਉਪ ਚੋਣ ਹੋਈ ਆ ਪਾਰਲੀਮੈਂਟ ਸੀਟ ਦੀ। ਉਹਨਾਂ 4 'ਚ ਹੀ ਆਪਾਂ ਹਾਰ ਗਏ, ਬੜੀ ਬੁਰੀ ਤਰ੍ਹਾਂ ਮਾਂਜੇ ਗਏ। ਮੰਡੀ ਦੀ ਪਾਰਲੀਮੈਂਟ ਸੀਟ 4 ਲੱਖ ਦੇ ਫਰਕ ਤੇ ਜਿੱਤੀ ਸੀ ਤੇ ਅਸੀਂ ਉਹ ਵੀ ਹਾਰ ਗਏ ਹਾਂ। ਉਧਰ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਵਾਲੀ ਘਟਨਾ ਤੋਂ ਬਾਅਦ ਸਾਰੇ ਯੂਪੀ ਦੇ ਕਿਸਾਨਾਂ 'ਚ ਜਿਹੜਾ ਅੰਡਰਕਰੰਟ ਦੌੜਿਆ ਉਹ ਇਹ ਕਿ ਸਰਕਾਰ ਸਾਨੂੰ ਮਾਰਨ ਤੇ ਤੁੱਲ ਗਈ ਹੈ। ਉਹਦੇ ਤੋਂ ਭਾਰਤੀ ਜਨਤਾ ਪਾਰਟੀ ਤਰੱਕੀ ਪਈ ਆ। ਉਹ ਕੋਈ ਵੀ ਰਾਹ ਲੱਭ ਕੇ ਤੇ ਸਮਝੌਤਾ ਕਰਕੇ ਮਸਲਾ ਹੱਲ ਕਰਨਾ ਚਾਹੁੰਦੀ ਆ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਵਿਧਾਨ ਸਭਾ ਚੋਣਾਂ ਇਕੱਲੀਆਂ ਪੰਜਾਬ ਦੀਆਂ ਨਹੀਂ, ਜਿੱਦਣ ਪੰਜਾਬ ਦੀਆਂ ਹੋਣੀਆਂ ਉਦੋਂ ਹੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀਆਂ ਹੋਣੀਆਂ। ਇਸ ਕਰਕੇ ਉਹ ਵੀ ਹੱਲ ਲੱਭਦੇ ਪਏ ਆ। ਉਸ ਹੱਲ ਲੱਭਣ ਦੇ ਚੱਕਰ ਵਿੱਚ ਉਹਨਾਂ ਦੀ ਕੋਸ਼ਿਸ਼ ਆ ਕਿ ਕਿਸੇ ਨਾ ਕਿਸੇ ਤਰੀਕੇ ਕੈਪਟਨ ਅਮਰਿੰਦਰ ਸਿੰਘ ਵੀ ਜੇ ਸਾਥ ਦੇਵੇ ਤੇ ਉਹਨੂੰ ਵਰਤ ਲਿਆ ਜਾਵੇ। ਦੂਜੇ ਪਾਸਿਓਂ ਕੈਪਟਨ ਅਮਰਿੰਦਰ ਸਿੰਘ ਦੀ ਵੀ ਇਹ ਲੋੜ ਹੈ ਕਿ ਆਪਣੇ ਸਿਰ ਬਸਿਰ ਉਹ ਇਕੱਲਾ ਪਾਰਟੀ ਖੜੀ ਕਰਕੇ ਚੋਣਾਂ ਨਹੀਂ ਲੜ ਸਕਦਾ। ਆਪਣੀ ਪੁਰਾਣੀ ਪਾਰਟੀ ਦੇ ਵਿੱਚੋਂ 10 ਨਹੀਂ 15 ਜਿੰਨੇ ਮਰਜ਼ੀ MLA ਤੋੜ ਲਵੇ, ਇਹਨੇ ਤੋੜਨ ਤੋਂ ਬਾਅਦ ਵੀ ਉਹ ਆਪਣੇ ਸਿਰ ਅਗਲੀਆਂ ਚੋਣਾਂ ਦੇ ਵਿੱਚ ਨਹੀਂ ਜਾ ਸਕਦਾ।
ਉਹਦੇ ਲਈ ਇੱਕੋ ਤਰੀਕਾ ਕਿ ਭਾਜਪਾ ਜਾਂ ਕੋਈ ਹੋਰ ਧਿਰ ਉਹਦੇ ਨਾਲ ਖਲੋਵੇ। ਉਹਦੇ ਵਾਸਤੇ ਦਿੱਲੀ ਯਤਨ ਕਰਦਾ ਪਿਆ। ਮੇਰੇ ਕੋਲ ਜਿਹੜੀਆਂ ਦਿੱਲੀ ਦੀਆਂ ਰਿਪੋਰਟਾਂ ਉਹ ਇਹ ਕਹਿੰਦੀਆਂ ਨੇ ਕਿ ਭਾਜਪਾ ਲੀਡਰਸ਼ਿਪ ਦੇ ਨਾਲ ਇਨ ਟੱਚ ਹੈ। 2-3 ਵਾਰੀ ਗੱਲਬਾਤ ਭਾਜਪਾ ਲੀਡਰਸ਼ਿਪ ਦੀ ਤੇ ਕੇਂਦਰ ਦੇ ਮੰਤਰੀਆਂ ਦੀ ਕਿਸਾਨਾਂ ਨਾਲ ਵੀ ਹੋਈ ਆ, ਤੇ ਦੋਵੇਂ ਤਿੰਨੇ ਵਾਰ ਉਹਨਾਂ ਦੀ ਗੱਲਬਾਤ ਜਿਹੜੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਹੋਈ ਹੈ। ਸਾਹਮਣੇ ਕੁਛ ਨਹੀਂ ਹੋ ਰਿਹਾ, ਪਰ ਪਰਦੇ ਪਿੱਛੇ ਸਮਝੌਤੇ ਦੇ ਜਿਹੜੇ ਯਤਨ ਹੋ ਰਹੇ ਆ ਉਹਨਾਂ 'ਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਆ ਤੇ ਕੁਝ ਹੋਰ ਲੋਕ ਵੀ ਸ਼ਾਮਿਲ ਆ। ਗੱਲਬਾਤ ਚੱਲਦੀ ਪਈ ਆ। ਉਹਦੇ ਤੋਂ ਬਾਅਦ ਜੇ ਕੋਈ ਸਿੱਟਾ ਨਿਕਲ ਆਇਆ ਤੇ ਅਮਰਿੰਦਰ ਸਿੰਘ ਫਿਰ ਖੁੱਲ੍ਹ ਕੇ ਸਾਹਮਣੇ ਆਊ, ਨਹੀਂ ਤੇ ਅਜੇ ਕੁਛ ਚਿਰ ਹੋਰ ਲੱਗ ਸਕਦਾ। ਇਹਦੇ 'ਚ ਪਰ ਪਿਛਲੇ ਦਿਨ ਹੀ ਇੱਕ ਲੌਜਿਕ ਦਿੱਤਾ ਸੀ ਕਿਸਾਨ ਲੀਡਰਾਂ ਵੱਲੋਂ। ਉਹ ਕਹਿੰਦੇ ਸੀ ਕਿ ਵੀ ਇਹ ਜਿਹੜੀ ਚਰਚਾ ਵੀ ਕੈਪਟਨ ਸਾਹਿਬ ਸਾਡੀ ਗੱਲ ਕਰਾ ਰਹੇ ਆ, ਬੀਜੇਪੀ ਸਾਡੇ ਨਾਲ ਗੱਲਾਂ ਕਰ ਰਹੀ ਆ, ਬੀਜੇਪੀ ਬੰਦੇ ਭੇਜ ਰਹੀ ਆ, ਕੋਈ ਨਾ ਕੋਈ ਹੱਲ ਨਿਕਲ ਆਉਣਾ, ਦੇਖਿਓ ਦਿਵਾਲੀ 'ਤੇ ਨਿਕਲ ਆਉਣਾ, ਦਿਵਾਲੀ ਤੋਂ ਬਾਅਦ ਨਿਕਲ ਆਉਣਾ। ਉਹ ਕਹਿੰਦੇ ਵੀ ਇਹ ਇੱਕ ਤਰ੍ਹਾਂ ਦਾ ਮੈਸੇਜ ਦਿੱਤਾ ਜਾ ਰਿਹਾ ਵੀ ਲੋਕ ਠੰਡੇ ਜਿਹੇ ਹੋ ਕੇ ਬਹਿ ਜਾਣ ਵੀ ਕੋਈ ਨਹੀਂ ਗੱਲ ਉਹਨਾਂ ਦੀ ਚੱਲਦੀ ਹੈ, ਕੋਈ ਨਾ ਕੋਈ ਹੱਲ ਨਿਕਲ ਆਉਣਾ ਤੇ ਆਪਾਂ ਨੂੰ ਦੁਬਾਰਾ ਦਿੱਲੀ ਜਾਣ ਦੀ ਲੋੜ ਨਹੀਂ, ਇੱਥੇ ਗਿਣਤੀ ਘਟ ਜਾਵੇ ਤੇ ਬਾਅਦ 'ਚ ਸਾਡੇ ਛਿੱਤਰ ਫੇਰ ਕੇ ਜਾਂ ਟੰਬਾ ਫੇਰ ਕੇ ਤੇ ਸਾਨੂੰ ਇੱਥੋਂ ਭਜਾ ਦੇਣ ਤੇ ਸਾਡਾ ਮੋਰਚਾ ਫੇਲ ਹੋ ਜੇ। ਇਹ ਪਿਛਲੇ ਦਿਨਾਂ ਦਾ ਡੇਲੇਵਾਲ ਹੋਰਾਂ ਦਾ ਬਿਆਨ ਸੀਗਾ। ਮੈਂ ਤਾਂ ਪੁੱਛ ਰਿਹਾ ਵੀ ਇਹ ਗੱਲ ਜੇ ਇੱਦਾਂ ਹੀ ਆ ਤੇ ਫਿਰ ਕਿਸਾਨ ਲੀਡਰਾਂ ਵਾਲੇ ਪਾਸੇ ਇਹੋ ਜਿਹੇ ਬਿਆਨ ਕਿਉਂ ਆ ਰਹੇ ਆ ਵੀ ਇਹ ਤਾਂ ਜਾਣਬੁੱਝ ਕੇ ਸਾਨੂੰ ਇੱਥੋਂ ਵੀ ਸਾਡੇ ਲੋਕ ਘਟਾ ਕੇ ਸਾਨੂੰ ਹਟਾਉਣ ਦੀ ਗੱਲ ਕਰ ਰਹੇ। ਗੁਰਪ੍ਰੀਤ ਜੀ, ਜਦ ਤੱਕ ਜੰਗ ਚੱਲਦੀ ਹੁੰਦੀ ਹੈ ਨਾ, ਇੱਦਾਂ ਦੇ ਬਿਆਨਬਾਜ਼ੀ, ਇੱਦਾਂ ਦੀ ਚਾਂਦਬਾਜ਼ੀ ਸਭ ਚੱਲਦੀ ਹੁੰਦੀ ਹੈ। ਭਾਰਤ ਪਾਕਿਸਤਾਨ ਦੀ ਜੰਗ ਇੱਥੇ ਚੱਲਦੀ ਸੀ। ਦੋਵਾਂ ਧਿਰਾਂ ਦਾ ਸਮਝੌਤਾ ਕਰਨ ਵਾਸਤੇ ਰੂਸ ਵਾਲਿਆਂ ਨੇ ਮਾਰਸ਼ਲ ਅਯੂਬ ਖਾਨ ਨੂੰ ਵੀ ਤੇ ਲਾਲ ਬਹਾਦਰ ਸ਼ਾਸਤਰੀ ਨੂੰ ਵੀ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ 'ਚ ਸੱਦ ਲਿਆ ਸੀ। ਉੱਥੇ ਦੋਵੇਂ ਜਣੇ ਆਮੋ ਸਾਹਮਣੇ ਬੈਠੇ ਸਨ, ਮਿਲ ਕੇ ਚਾਹ ਪੀ ਰਹੇ ਸਨ, ਗੱਲਬਾਤ ਕਰ ਰਹੇ ਸਨ। ਇੱਥੇ ਦੋਵਾਂ ਧਿਰਾਂ ਦੇ ਫੌਜੀ ਇੱਕ ਦੂਸਰੇ ਤੇ ਗੋਲੇ ਸੁੱਟ ਰਹੇ ਸਨ। ਫਿਰ ਉਹ ਗੱਲਬਾਤ ਸਿਰੇ ਲੱਗ ਗਈ। ਇੱਥੇ ਅਜੇ ਵੀ ਤੋਪਾਂ ਚੱਲ ਰਹੀਆਂ ਤੇ ਟੈਂਕ ਗੂੰਜਦੇ ਸਨ, ਘੂਕਾ ਪਾਈ ਜਾਂਦੇ ਸੀ। ਗੱਲਬਾਤ ਉਹਨਾਂ ਦੀ ਸਿਰੇ ਚੜ੍ਹ ਗਈ। ਇੱਥੇ ਅਜੇ ਵੀ ਤੋਪਾਂ ਗੋਲੇ ਸੁੱਟ ਰਹੀਆਂ ਸਨ। ਫਿਰ ਫੈਸਲਾ ਹੋ ਗਿਆ ਅੱਜ ਰਾਤ ਨੂੰ 12 ਵਜੇ ਸੀਜ਼ ਫਾਇਰ ਹੋਵੇਗਾ। ਇਹਦਾ ਮਤਲਬ ਸੀ ਕਿ 12 ਵਜੇ ਤੱਕ ਅਜੇ ਚੱਲਦੇ ਰਹਿਣ ਦੇ ਗੋਲੇ, ਉਸ ਤੋਂ ਬਾਅਦ ਵੀ 12 ਵਜੇ ਤੱਕ ਚੱਲਦੇ ਰਹਿ ਗਏ ਸਨ। ਇਹ ਜਦੋਂ ਇਹੋ ਜਿਹੇ ਸਮਝੌਤੇ ਹੁੰਦੇ ਆ, ਉਹ ਸਮਝੌਤੇ ਕਰਨ ਤੋਂ ਪਹਿਲਾਂ ਦੋਵਾਂ ਧਿਰਾਂ 'ਚੋਂ ਕੋਈ ਵੀ ਆਪਣੀਆਂ ਤੋਪਾਂ ਦੇ ਮੂੰਹ ਬੰਦ ਨਹੀਂ ਕਰਦਾ ਹੁੰਦਾ। ਇਸ ਵੇਲੇ ਵੀ ਦੋਵਾਂ 'ਚੋਂ ਕਿਸੇ ਨੇ ਨਹੀਂ ਕਰਨੇ। ਭਾਜਪਾ ਦੀਆਂ ਤੋਪਾਂ ਦੇ ਮੂੰਹ ਇਸ ਗੱਲ 'ਤੇ ਆ ਕਿ ਅਸੀਂ ਕਿਸਾਨਾਂ ਦੇ ਬਾਰੇ 'ਚ ਭਰਮ ਕਿੰਨੇ ਖੜੇ ਕਰਦੇ ਹਾਂ ਤੇ ਕਿਸਾਨਾਂ ਦੇ ਲੀਡਰ ਇਸ ਗੱਲ 'ਤੇ ਆ ਕਿ ਅਸੀਂ ਆਪਣੇ ਕਾਡਰ ਦਾ ਮਨੋਬਲ ਕਿੰਨਾ ਵਧਾ ਕੇ ਰੱਖਣਾ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ ਪਿਛਲਿਆਂ ਦਿਨਾਂ ਦੇ ਵਿੱਚ ਸਿੰਘੂ ਮੋਰਚਾ ਟਿਕਰੀ ਬਾਰਡਰ ਇਹਨਾਂ ਸਭ ਥਾਵਾਂ 'ਤੇ ਗਿਣਤੀ ਥੋੜ੍ਹੀ ਘਟ ਗਈ ਸੀ। ਰਲਾ ਬਣਾ ਕੇ ਤਿੰਨਾਂ ਥਾਵਾਂ ਦੀ ਗਿਣਤੀ 50,000 ਰਹਿ ਗਈ ਸੀ। ਆ ਪਿਛਲੇ 4 ਦਿਨਾਂ ਦੇ ਵਿੱਚ ਝੋਨੇ ਵਾਲੇ ਪਾਸਿਓਂ ਵਿਹਲੇ ਹੁੰਦੇ ਸਾਰ ਕਿਸਾਨਾਂ ਦੇ ਜਥੇ ਅੱਗੜ ਪਿਛੜ ਇੰਨੀ ਤੇਜ਼ੀ ਨਾਲ ਗਏ ਆ ਕਿ ਇਸ ਵੇਲੇ 1.5 ਲੱਖ ਦੇ ਕਰੀਬ ਫਿਰ ਹੋ ਗਏ ਆ। ਤੇ ਜੇ ਇਸੇ ਤਰ੍ਹਾਂ ਹੀ ਇਹ ਜਿਹੜਾ ਮੁਹਾਨ ਚੱਲ ਪਿਆ, ਫਿਰ ਇਹ ਚੱਲਦਾ ਗਿਆ ਤੇ ਅਗਲੇ 1-1.5 ਹਫ਼ਤੇ ਦੇ ਅੰਦਰ ਅੰਦਰ ਇਹ ਵੱਧ ਕੇ ਫਿਰ 3-4 ਲੱਖ ਤੱਕ ਜਾ ਸਕਦੇ ਆ। ਜਿਹੜਾ ਸਰਕਾਰ ਨੂੰ ਇਹ ਭਰਮ ਸੀ ਕਿ ਵਾਪਸ ਜਾਣੇ ਸ਼ੁਰੂ ਹੋ ਗਿਆ, ਉਹ ਭਰਮ ਉਹਨੂੰ ਛੱਡ ਦੇਣਾ ਚਾਹੀਦਾ। ਉਹ ਵਾਪਸ ਜਾਣੇ ਸ਼ੁਰੂ ਨਹੀਂ ਸੀ ਹੋਏ, ਫਸਲਾਂ ਸੰਭਾਲਣ ਵਾਸਤੇ ਆਏ ਸੀ, ਸੰਭਾਲ ਕੇ ਫਿਰ ਉਧਰ ਨੂੰ ਚੱਲੇ ਆ। ਐਡਾ ਸੌਖਾ ਉਹ ਸਰਕਾਰ ਦਾ ਖੜਾ ਨਹੀਂ ਛੱਡਣ ਲੱਗੇ। ਉਹ ਗੱਲਬਾਤ ਚੱਲਦੀ ਵੱਖਰੇ ਤੌਰ 'ਤੇ ਚਲਾਈ ਜਾਣ, ਪਰ ਇਹ ਭਰਮ ਆਪਣੇ ਮਨ 'ਚ ਬਿਲਕੁਲ ਨਾ ਰੱਖਣ ਕਿ ਇਹਨਾਂ ਨੇ ਹੁਣ ਚਲੇ ਜਾਣਾ ਜੀ। ਇੱਕ ਪੰਨ ਸਾਹਿਬ, ਅੱਜ 8 ਤਰੀਕ ਦੇ ਹਿਸਾਬ ਨਾਲ ਦੇਖੀਏ ਤੇ ਅੱਜ ਦਾ ਦਿਨ ਜਦੋਂ ਆਪਾਂ ਇਹ ਗੱਲਬਾਤ ਕਰਦੇ ਪਏ ਹਾਂ, ਹੋ ਸਕਦਾ ਵੀ ਹੋ ਗਈ ਹੋਵੇ ਜੇਲ੍ਹ 'ਚ ਵੀ ਗੁੱਡ ਮਾਰਨਿੰਗ ਤੇ ਨਹਾਲ ਧੁਆਲ ਕੇ ਤੇ ਅਗਲੇ ਕਹਿ ਦਿਨ ਵੀ ਅੱਜ ਆਉਣਾ ਬੰਦਿਆਂ ਨੇ ਪੁੱਛਗਿੱਛ ਕਰਨ ਲਈ, ਤੁਸੀਂ ਬਾਬਾ ਜੀ ਤਿਆਰ ਰਹੋ। ਉਹ ਜਿਹੜੀ ਪੁੱਛਗਿੱਛ ਅੱਜ ਹੋਣ ਦੇ ਅਸਾਰ ਆ, ਉਹਦੇ ਬਾਰੇ ਕੋਈ ਵਿਚਾਰ ਜੀ? ਮੇਰਾ ਖਿਆਲ ਆ ਕਿ ਅੱਜ ਦੀ ਪੁੱਛਗਿੱਛ ਤੋਂ ਪਹਿਲਾਂ ਭਾਜਪਾ ਦੀ ਉੱਥੇ ਸਰਕਾਰ ਆ ਉਹ ਅੜਿੱਕੇ ਡਾਵੇਗੀ। ਪਿਛਲੇ ਸਮੇਂ ਦਾ ਤਜਰਬਾ ਇਹ ਆ ਕਿ ਉਹ ਸਰਕਾਰ ਸੱਚੇ ਸੌਦੇ ਵਾਲੇ ਉਹ ਸਾਧ ਨੂੰ ਬਚਾਉਣ ਵਾਸਤੇ, ਬਲਕਿ ਇਹ ਆ ਕਿ ਲਾੜ ਲਡਾਉਣ ਵਾਸਤੇ ਵੀ ਹਰ ਹੱਦ ਪਾਰ ਕਰਦੀ ਰਹੀ ਆ। ਉਹਨੂੰ ਪਰੋਲ ਦਿੱਤੀ ਜਾਂਦੀ ਸੀ, ਸਿਰਸੇ ਦੀ ਲੈ ਕੇ ਚੱਲ ਜਾਂਦੇ ਸੀ ਗੁੜਗਾਉਂ ਨੂੰ ਤੇ ਦਿੱਲੀ ਨੂੰ। ਇੱਥੋਂ ਤੱਕ ਕਿ ਗੁੜਗਾਉਂ ਤੋਂ ਮੁੜਦਿਆਂ ਜੇਲ੍ਹ ਦੀ ਗੱਡੀ, ਪੁਲਿਸ ਦੀ ਗੱਡੀ ਜਿਹੜੀ ਸੀ ਉਹ ਛੁਡਾ ਕੇ ਤੇ ਉਹਨੂੰ DSP ਦੀ ਗੱਡੀ 'ਚ ਬੰਦ ਸ਼ੀਸ਼ਿਆਂ ਦੇ ਵਿੱਚ, ਕਾਲੇ ਸ਼ੀਸ਼ਿਆਂ 'ਚ 2 ਕੁੜੀਆਂ ਨਾਲ ਬਿਠਾਤਾ ਗਿਆ। 2.5-3 ਘੰਟੇ ਸਾਧ ਉੱਥੇ ਉਹਨਾਂ ਕੁੜੀਆਂ ਨਾਲ ਕੀ ਕਰਦਾ ਰਿਹਾ ਤੇ ਉਹ ਕੁੜੀਆਂ ਕੌਣ ਸਨ, ਅੱਜ ਤੱਕ ਉਹ ਗੱਲ ਬਾਹਰ ਨਹੀਂ ਆਈ। ਜਿਹੜੇ DSP ਨੇ ਬਿਠਾਇਆ ਸੀ ਉਹਨੂੰ ਸਸਪੈਂਡ ਕਰਤਾ ਤੇ ਉਹਦਾ ਬਿਆਨ ਆਇਆ ਸੀ ਕਿ ਮੈਂ ਆਪਣੇ ਤੌਰ 'ਤੇ ਇੰਨਾ ਰਿਸਕ ਨਾ ਲੈ ਸਕਦਾ ਸਾਂ। ਮੈਨੂੰ ਚੰਡੀਗੜ੍ਹ ਤੋਂ ਕਿਸੇ VIP ਨੇ ਫੋਨ ਕਰਕੇ ਕਿਹਾ ਸੀ ਕਿ ਬਾਬਾ ਜੀ ਨੂੰ ਆਹ ਛੋਟ ਦੇਣੀ ਆ। ਜਿਹੜੀ ਭਾਜਪਾ ਸਰਕਾਰ ਹਰਿਆਣੇ ਦੀ ਇੱਥੋਂ ਤੱਕ ਜਾਂਦੀ ਰਹੀ ਹੈ, ਉਹ ਇਸ ਵਾਰੀ ਵੀ ਬਚਾਉਣ ਦਾ ਯਤਨ ਕਰੇਗੀ।
ਉਹਨਾਂ ਦੇ ਸਾਹਮਣੇ ਗੱਲ ਇੱਕ ਹੋਰ ਹੈ। ਤੁਸੀਂ ਵੇਖੋ, ਜਦੋਂ ਪੰਚਕੂਲੇ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਨੂੰ, ਉਸੇ ਰਾਤ 42 ਬੰਦੇ ਮਾਰੇ ਗਏ ਸਨ। ਉਹਨਾਂ 'ਚੋਂ 29 ਇਕੱਲੇ ਪੰਚਕੂਲੇ 'ਚ ਮਾਰੇ ਗਏ ਸੀ। ਹਰਿਆਣੇ ਦੇ ਭਾਜਪਾ ਮੁੱਖ ਮੰਤਰੀ ਨੇ, ਜਿਹੜਾ ਸਾਰੀ ਉਮਰ ਦਾ RSS ਦਾ ਵਰਕਰ ਆ, ਨਿੱਕਰ ਪਾ ਕੇ ਪਰੇਡਾਂ ਕਰਦਾ ਰਿਹਾ, ਇਹਨੇ ਹਸਪਤਾਲ 'ਚ ਜਾ ਕੇ ਆਖਿਆ ਸੀ ਬਾਬਾ ਜੀ ਦੇ ਸੇਵਕ ਤਾਂ ਬੜੇ ਡਿਸਿਪਲਿਨ ਵਾਲੇ ਆ, ਇਹ ਸਾਰਾ ਕੰਮ ਐਂਟੀ ਸੋਸ਼ਲ ਜਿਹੜੇ ਐਲੀਮੈਂਟ ਆ ਉਹਨਾਂ ਨੇ ਕੀਤਾ। ਉਹਦਾ ਕਾਰਨ ਕੀ ਸੀ? ਕਿਉਂਕਿ ਭਾਜਪਾ ਦੀ ਸਰਕਾਰ ਇਹ ਸਮਝਦੀ ਸੀ ਕਿ ਇਹ ਤਾਂ ਸਾਥ ਚਲਾ ਗਿਆ ਜੇਲ੍ਹ, ਹੁਣ ਇਹਦਾ ਨਿਕਲਣਾ ਤੇ ਹੋ ਜਾਣਾ ਔਖਾ, ਪਰ ਸਾਨੂੰ ਇਹਦੇ ਸੇਵਕਾਂ ਦੀਆਂ ਵੋਟਾਂ ਦੀ ਵੀ ਲੋੜ ਹੈ ਤੇ ਬਹੁਤ ਸਾਰੇ ਸਾਧ ਸੰਤ ਆ ਸਾਰੇ ਹਿੰਦੁਸਤਾਨ 'ਚ ਖਿਲਰੇ ਪਏ, ਉਹਨਾਂ ਦੀਆਂ ਸੇਵਾਵਾਂ ਦੀ ਵੀ ਲੋੜ ਹੈ। ਇਸ ਕਰਕੇ ਸੱਚੇ ਸੌਦੇ ਵੇਲੇ ਸਾਧ ਦੇ ਬਹਾਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਰੇ ਹਿੰਦੁਸਤਾਨ ਦੇ ਸਾਧਾਂ ਸੰਤਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਸੀ ਕਿ ਸਿਰਫ ਅਸੀਂ ਹਾਂ, ਜਦੋਂ ਬੰਦਾ ਜੇਲ੍ਹ ਵਿੱਚ ਵੀ ਚਲਾ ਜਾਵੇ ਤਾਂ ਵੀ ਖੜਾ ਨਹੀਂ ਛੱਡਦੇ, ਉਹਦੀ ਮਦਦ ਫਿਰ ਵੀ ਕਰੀ ਜਾਂਦੇ ਆ। ਉਹਨਾਂ ਨੇ ਭਲਕੇ ਵੀ ਜੇ ਇਸ ਤਰ੍ਹਾਂ ਦੀ ਕੋਈ ਮਦਦ ਕਰ ਦਿੱਤੀ ਤੇ ਮੈਨੂੰ ਹੈਰਾਨੀ ਨਹੀਂ ਹੋਊਗੀ। ਕੇਜਰੀਵਾਲ ਕਾਗਜ਼ ਦਾਖਲ ਕਰਾਉਣ ਗਿਆ ਸੀ ਤੇ ਜਲੂਸ ਕੱਢ ਕੇ ਗਿਆ ਬੜੇ ਟੌਰ ਨਾਲ ਕਿ ਮੈਂ ਕਾਗਜ਼ ਦਾਖਲ ਕਰਾਉਣ ਚੱਲਿਆ, ਤੇ ਉਹਦੇ ਰਸਤੇ ਦੇ ਵਿੱਚ ਥਾਂ ਦੇ ਉੱਤੇ ਗੱਡੀਆਂ ਫਸਾ ਦਿੱਤੀਆਂ ਗਈਆਂ ਤਾਂ ਕਿ ਉਹਦੇ ਗੱਡੀ ਰਿਟਰਨਿੰਗ ਅਫਸਰ ਦੇ ਦਫ਼ਤਰ ਤੱਕ ਟਾਈਮ ਸਿਰ ਨਾ ਪਹੁੰਚ ਸਕੇ। ਅਖੀਰ ਉਹ ਗੱਡੀ ਛੱਡ ਕੇ ਪੈਦਲ ਤੁਰ ਕੇ ਉਸ ਦਫ਼ਤਰ ਗਿਆ ਤੇ ਜਾਂਦਿਆਂ ਨੂੰ 150 ਬੰਦਾ ਉਹਦੇ ਅੱਗੇ ਖੜਾ ਸੀ। ਅਸੀਂ ਵੀ ਕਾਗਜ਼ ਦਾਖਲ ਕਰਾਉਣ ਆਏ ਹਾਂ, ਸਿਰਫ ਇਸ ਕਰਕੇ ਕਿ ਲਾਈਨ ਲੰਮੀ ਕਰ ਦਿਓ, ਕਾਗਜ਼ ਨਾ ਦਾਖਲ ਕਰਾ ਸਕੇ। ਨਹੀਂ ਸੀ ਹੋ ਸਕੇ। ਅਗਲੇ ਦਿਨ ਫਿਰ ਇੱਕ ਆਖਰੀ ਦਿਨ ਰਹਿੰਦਾ ਸੀ, ਇਹ ਸਵੇਰੇ ਹੀ ਉੱਥੇ ਚਲਾ ਗਿਆ ਤੇ ਜਾਂਦਿਆਂ ਨੂੰ ਲੰਮੀ ਲਾਈਨ ਲੱਗੀ, ਹਰ ਕੋਈ ਆਪਣੇ ਹੱਥ 'ਚ ਕਾਗਜ਼ ਫੜੀ ਬੈਠਾ। ਪੁੱਛਿਆ ਗਿਆ ਸੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਕਹਿੰਦੇ ਲਖਨਊ ਦੇ। ਤੁਹਾਡੇ ਕਾਗਜ਼, ਤੁਹਾਡੀ ਵੋਟ ਕਿੱਥੇ ਬਣੀ ਹੈ? ਕਹਿੰਦੇ ਜੀ ਉੱਥੇ ਦਰਭੰਗਾ 'ਚ ਬਣੀ ਆ ਤੇ ਬਿਹਾਰ ਦੇ ਵਿੱਚ, ਤੇ ਇੱਥੇ ਤੁਸੀਂ ਕਿਉਂ ਖਲੋਣ ਲੱਗੇ? ਤੁਸੀਂ ਤਾਂ ਦਿੱਲੀ 'ਚ ਚੋਣ ਹੀ ਨਹੀਂ ਲੜ ਸਕਦੇ। ਕਹਿੰਦੇ ਜੀ ਰਿਟਰਨਿੰਗ ਅਫਸਰ ਸਾਡੇ ਕਾਗਜ਼ ਰੱਦ ਕਰ ਦੂ, ਪਰ ਸਾਨੂੰ ਕਾਗਜ਼ ਦਾਖਲ ਕਰਾਉਣ ਦਾ ਤੇ ਹੱਕ ਹੈ ਨਾ, ਸਿਕਿਉਰਿਟੀ ਮਾਰੀ ਜਾ, ਹੋਰ ਕੀ ਹੋਊ, ਕਾਗਜ਼ ਅਸੀਂ ਦਾਖਲ ਕਰਾਉਣੇ ਆ। ਇੰਨੀ ਗੱਲ ਕਹਿ ਕੇ ਉਹ ਲਾਈਨ 'ਚ 150-200 ਬੰਦੇ ਖਲੋ ਗਏ, ਸਿਰਫ ਇਸ ਕਰਕੇ ਕਿ 4 ਵਜੇ ਤੱਕ ਕੇਜਰੀਵਾਲ ਕਾਗਜ਼ ਨਾ ਦਾਖਲ ਕਰਾ ਸਕੇ। ਜਦੋਂ ਇਸ ਤਰ੍ਹਾਂ ਦੇ ਟੈਕਟਿਕਸ ਭਾਰਤ ਵਿੱਚ ਵਰਤੇ ਜਾਂਦੇ ਹੋਣ ਤੇ ਕੱਲ੍ਹ ਨੂੰ ਇਹੋ ਜਿਹਾ ਕੋਈ ਦਾਅ ਕਿਸੇ ਵੀ ਹੋਰ ਰਾਜ ਦੇ ਵਿੱਚ ਉਹ ਖੇਡ ਸਕਦੇ ਆ। ਅੱਜ ਹੁਣ ਇੱਥੋਂ ਦੀ ਟੀਮ ਜਿਹੜੀ ਆ ਉਹ ਜਦੋਂ ਜਾ ਰਹੀ ਆ ਉੱਥੇ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ, ਉੱਥੇ ਜੇ ਜਾਂਦਿਆਂ ਨੂੰ ਰਾਹ ਦੇ ਵਿੱਚ 2 ਟਰੱਕ ਵਾਲੇ ਆਪੋ 'ਚ ਝਗੜ ਪੈਣ, ਇੱਕ ਟ੍ਰੈਫਿਕ ਵਾਲਾ ਸਮਝੌਤਾ ਕਰਾਉਣਾ ਹੋਵੇ, ਹੱਥੋਂ ਪਾਈ ਹੋ ਜਾਣ, ਫਿਰ ਟ੍ਰੈਫਿਕ ਜਾਮ ਕਰ ਦੇਣ, ਇਹਨਾਂ ਦੀਆਂ ਗੱਡੀਆਂ ਜੇਲ੍ਹ ਤੱਕ ਨਾ 4 ਵਜੇ ਤੱਕ ਪਹੁੰਚ ਸਕਣ। ਗਿਆ ਨੂੰ ਮੁੜ ਕੇ ਕਹਿਣ ਜੀ ਤੁਹਾਡਾ ਜਿਹੜਾ ਮੁਲਾਕਾਤ ਦਾ ਟਾਈਮ ਹੈ, ਪੁੱਛਗਿੱਛ ਦਾ ਟਾਈਮ ਉਹ ਲੰਘ ਗਿਆ, ਹੁਣ ਤੁਸੀਂ ਫੇਰ ਕਿਤੇ ਆਇਓ। ਜੇ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਰ ਦਿੱਤੀ ਤੇ ਫਿਰ ਕੀ ਕਰਨਗੇ? ਇਹਦੇ ਨਾਲੋਂ ਬਿਹਤਰ ਇਹ ਸੀ ਕਿ ਉਹ ਪਹਿਲਾਂ ਪਹੁੰਚ ਜਾਂਦੇ। ਉੱਥੇ ਪਹੁੰਚੇ ਕਿ ਨਹੀਂ ਪਹੁੰਚੇ ਮੈਨੂੰ ਇਹ ਪਤਾ ਨਹੀਂ। ਅੱਜ ਹੁਣ ਉੱਥੇ ਜਦੋਂ ਪੁੱਛਗਿੱਛ ਕਰਨ ਵਾਸਤੇ ਜਾਣਗੇ, ਉਹਦੀਆਂ ਰਿਪੋਰਟਾਂ ਦੀ ਅਸੀਂ ਉਡੀਕ ਕਰਾਂਗੇ ਕਿ ਉੱਥੇ ਬਾਬਾ ਕਿੱਦਾਂ ਮਿਲਿਆ। ਕਹਿੰਦੇ ਆ ਕਿ 70 ਸਵਾਲ ਬਣਾ ਕੇ ਲਿਖ ਕੇ ਜਾ ਰਹੇ ਆ। ਇਹ ਵੀ ਪਤਾ ਲੱਗਾ ਕਿ ਜਾਣ ਲੱਗਿਆਂ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ SIT, ਉਹਦੇ ਵਿੱਚ ਅਚਾਨਕ ਅਦਲਾ ਬਦਲੀ ਕਰਕੇ 2 ਅਫਸਰ ਬਦਲ ਦਿੱਤੇ ਗਏ। ਉਹ ਕਿਉਂ ਬਦਲਣੇ ਪਏ ਆ, ਕਿਉਂ ਬਦਲੇ ਗਏ, ਇਹ ਮੈਨੂੰ ਪਤਾ ਨਹੀਂ, ਪਰ ਕੁਛ ਨਾ ਕੁਛ ਇੱਦਾਂ ਦੀਆਂ ਗੱਲਾਂ ਵੀ ਚੱਲਦੀਆਂ ਪਈਆਂ। ਹੁਣ ਵੇਖੋ ਉਸ ਜਾਂਚ ਟੀਮ ਤੇ ਨਿਰਭਰ ਹੈ ਕਿ ਉੱਥੇ ਜਾ ਕੇ ਉਹ ਕੀ ਸਿੱਟਾ ਕੱਢ ਕੇ ਆਉਂਦੀ ਆ। ਬਾਕੀ ਤਾਂ ਫਿਰ ਲੜਨ ਫੌਜਾਂ ਨਾ ਸਰਦਾਰਾਂ ਦੇ। ਜੇ ਉਸ ਟੀਮ ਨੇ ਕੋਈ ਚੰਗੇ ਸਿੱਟੇ ਕੱਢੇ ਤੇ ਪੰਜਾਬ ਦੀ ਸਰਕਾਰ ਕਹੇਗੀ ਸਾਡਾ ਕਰਕੇ ਕੱਢਿਆ, ਤੇ ਜੇ ਨਾ ਨਿਕਲੇ ਤੇ ਫਿਰ ਸਾਰਾ ਕੀਤਾ ਕਤਰਾ ਇਹ ਪਊ ਵੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਸਿਰ ਜੀ। ਇਕਬਾਲ ਸਾਹਿਬ, ਡੇਰੇ ਦੇ ਵਿੱਚ ਸਕਿਨ ਬੈਂਕ ਦਾ ਵੀ ਚੱਕਰ ਚੱਲਦਾ ਸੀ ਕਿ ਵੀ ਉੱਥੇ ਜੀ ਸਕਿਨ ਬੈਂਕ ਹੈ ਤੇ ਉਹਦੀ ਕੋਈ ਪਰਮਿਸ਼ਨ ਨਹੀਂ ਹੈ, ਉਹ ਕਿਹੜੇ ਹਿਸਾਬ ਨਾਲ ਚੱਲੀ ਜਾਂਦੀ ਹੈ। ਫਿਰ ਕਹਿੰਦੇ ਵੀ ਹੁਣ ਜਾਂਚ ਜੂਨ ਜੀ ਜਦੋਂ ਚੱਲੀ ਆ ਤੇ ਬੰਦੇ ਉਹ ਵੀ ਭਗੌੜੇ ਆ। ਇਹ ਸਿਆਪੇ ਨਿਬੜ ਕਿਉਂ ਨਹੀਂ ਰਹੇ ਜੀ? ਇੱਕ 'ਚ ਵਜੇ ਸਜ਼ਾ ਹੋ ਕੇ ਪਾਸੇ ਹੁੰਦਾ ਕੰਮ, ਨਾਲ ਦੂਜਾ ਸ਼ੁਰੂ ਹੋ ਜਾਂਦਾ। ਦੇਖੋ, ਇਹਨੂੰ ਰਾਮ ਰਹੀਮ ਨੂੰ ਹੁਣ ਤੱਕ 4 ਕੇਸਾਂ 'ਚ ਸਜ਼ਾ ਹੋਈ ਹੈ। ਪਹਿਲਾਂ ਤਾਂ 2 ਸਾਧਵੀਆਂ ਨਾਲ ਬਲਾਤਕਾਰ ਦੇ ਕੇਸਾਂ 'ਚ 10-10 ਸਾਲ ਕੈਦ ਹੋਈ, ਔਰ ਜੱਜ ਸਾਹਿਬ ਨੇ ਆਖਿਆ ਕਿ ਇਕੱਠੀ ਨਹੀਂ, ਦੋਵਾਂ ਦੀ ਇੱਕ ਦੀ ਸਜ਼ਾ ਭੁਗਤਣ ਤੋਂ ਬਾਅਦ ਦੂਜੇ ਦੀ ਸ਼ੁਰੂ ਹੋਣੀ ਹੈ। ਫਿਰ ਪੱਤਰਕਾਰ ਛਤਰਪਤੀ ਦੇ ਕਤਲ ਕੇਸ ਵਿੱਚ ਇਹਨੂੰ ਉਮਰ ਕੈਦ ਹੋਈ। ਉਦੋਂ ਬਾਅਦ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਹੋਈ। 4 ਕੇਸਾਂ ਦੀ ਸਜ਼ਾ ਹੋ ਗਈ ਹੈ। ਹੁਣ ਇੱਕ ਕੇਸ ਰਹਿੰਦਾ ਜਿਹੜਾ ਇਹਨੇ ਆਪਣੇ ਸੇਵਕਾਂ ਨੂੰ ਇਹ ਕਹਿ ਕੇ ਕਿ ਤੁਹਾਡਾ ਈਸ਼ਵਰ ਨਾਲ ਮਿਲਾਪ ਹੋ ਜਾਊਗਾ, ਉਹਨਾਂ ਨੂੰ ਨਪੁੰਸਕ ਬਣਾ ਦਿੱਤਾ ਸੀ। ਨਪੁੰਸਕ ਬਣਾਏ ਤੇ ਉਹ ਈਸ਼ਵਰ ਨਾਲ ਮਿਲਾਪ ਨਹੀਂ ਹੋ ਸਕਿਆ, ਹਾਈ ਕੋਰਟ ਪਹੁੰਚ ਗਏ। ਉਹ ਕੇਸ ਸਿਰੇ ਲੱਗਾ ਪਿਆ, ਕਿਸੇ ਵਕਤ ਵੀ ਇਹਨੂੰ ਉਹਦੇ ਵਿੱਚ ਵੀ ਸਜ਼ਾ ਹੋ ਸਕਦੀ ਹੈ। ਉਹਦੇ 'ਚ ਰਾਜਸਥਾਨ ਦਾ ਡਾਕਟਰ ਲਿਆਂਦਾ ਸੀ ਤੇ ਉਸ ਡਾਕਟਰ ਨੂੰ ਸਜ਼ਾ ਇਸ ਕੇਸ 'ਚ ਨਾਲ ਇਹਦੇ ਹੋ ਜਾਣੀ ਆ, ਪਰ ਉਸ ਡਾਕਟਰ ਦੇ ਕੇਸ ਦੀ ਪੁੱਛ ਪੜਤਾਲ ਕਰਦਿਆਂ ਕਹਾਣੀ ਇੱਕ ਨਵੀਂ ਹੋ ਗਈ, ਇੱਕ ਨਵਾਂ ਕੇਸ ਬਣ ਗਿਆ। ਉਦੋਂ ਜਦੋਂ ਪੰਚਕੂਲੇ ਦੀ ਅਦਾਲਤ ਨੇ ਇਹਨੂੰ ਦੋਸ਼ੀ ਠਹਿਰਾਇਆ ਤੇ ਹਰਿਆਣੇ ਦੀ ਰੋਹਤਕ ਜੇਲ੍ਹ 'ਚ ਭੇਜਿਆ ਸੀ, ਉਦੋਂ ਹਾਈ ਕੋਰਟ ਨੇ ਆਰਡਰ ਕੀਤਾ ਸੀ ਕਿ ਇਹਦੇ ਸੱਚੇ ਸੌਦੇ ਡੇਰੇ
ਸਾਰੇ ਦੀ ਜਿਹੜੀ ਪੁਣਛਾਣ ਕੀਤੀ ਜਾਵੇ, ਸਰਚ ਕੀਤੀ ਜਾਵੇ ਉੱਥੇ ਹੋਰ ਕੀ ਕੁਝ ਹੁੰਦਾ। ਜਦੋਂ ਸਰਚ ਕਰਨ ਵਾਸਤੇ ਇੱਕ ਸਾਬਕਾ ਜੱਜ ਸਾਹਿਬ ਦੀ ਅਗਵਾਈ 'ਚ ਟੀਮ ਬਣਾਈ ਗਈ, ਪ੍ਰਸ਼ਾਸਨ ਦੇ ਅਧਿਕਾਰੀ ਨਾਲ ਲਾਏ ਗਏ ਤੇ ਉਹ ਅੰਦਰ ਜਾ ਕੇ ਵੇਖ ਕੇ ਹੈਰਾਨ ਰਹਿ ਗਏ ਕਿ ਜਿੱਥੇ ਆ ਕੇ ਉਹ ਰਾਜਸਥਾਨ ਦਾ ਡਾਕਟਰ ਸੇਵਕਾਂ ਨੂੰ ਨਪੁੰਸਕ ਬਣਾਉਣ ਦੇ ਆਪਰੇਸ਼ਨ ਕਰਦਾ ਸੀ, ਉੱਥੇ ਤਾਂ ਇੱਕ ਬਕਾਇਦਾ ਹਸਪਤਾਲ ਚੱਲਦਾ ਤੇ ਉਹ ਹਸਪਤਾਲ ਲੋਕਾਂ ਦੇ ਇਲਾਜ ਵਾਲਾ ਨਹੀਂ ਗਾ, ਉਹ ਸਕਿਨ ਬੈਂਕ ਹੈ। ਉਹ ਸਕਿਨ ਬੈਂਕ ਦੇ ਵਿੱਚ ਵੱਖ-ਵੱਖ ਕਿਸਮ ਦੀ ਸਕਿਨ ਰੱਖੀ ਜਾਂਦੀ ਹੈ, ਕਈ ਕਿਸਮ ਦੇ ਤਜਰਬੇ ਕੀਤੇ ਜਾਂਦੇ ਆ, ਸਕਿਨ ਟ੍ਰਾਂਸਪਲਾਂਟ ਕੀਤੀ ਜਾਂਦੀ ਹੈ, ਜਿਹਦੇ ਵਾਸਤੇ ਭਾਰਤ ਸਰਕਾਰ ਦੀ ਹੈਲਥ ਮਿਨਿਸਟਰੀ ਤੋਂ ਇੱਕ ਬਕਾਇਦਾ ਲਾਇਸੈਂਸ ਲੈਣਾ ਹੁੰਦਾ। ਇਹਨੇ ਸਾਧ ਨੇ ਕਿਸੇ ਕਿਸਮ ਦਾ ਕੋਈ ਲਾਇਸੈਂਸ ਨਹੀਂ ਬਣਾਇਆ ਲਿਆ। ਇਹ ਉਦੋਂ ਚਮਦੀਆਂ ਚਲਾਉਂਦਾ ਸੀ। ਰਾਜ ਦੀ ਸਰਕਾਰ ਵੀ, ਕੇਂਦਰ ਦੀ ਸਰਕਾਰ ਵੀ, ਸਾਰੀਆਂ ਸਰਕਾਰਾਂ ਇਹਦੇ ਹੱਥਾਂ 'ਚ ਖੇਡਦੀਆਂ ਹੁੰਦੀਆਂ ਸਨ। ਤੁਹਾਨੂੰ ਯਾਦ ਹੋਊਗਾ ਕਿ 25 ਅਗਸਤ ਨੂੰ ਇਹਨੂੰ ਪੰਚਕੂਲੇ ਦੀ CBI ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਉਸ ਤੋਂ 10 ਦਿਨ ਪਹਿਲਾਂ ਇਹਨੇ ਆਪਣਾ ਝੂਠਾ ਜਨਮ ਦਿਨ ਮਨਾਇਆ ਤੇ ਹਰਿਆਣੇ ਦਾ ਇੱਕ ਮੰਤਰੀ ਆ ਕੇ ਇਹਦੇ ਚਰਨਾਂ 'ਚ 51 ਲੱਖ ਦਾ ਚੈੱਕ ਰੱਖ ਕੇ ਤੇ ਸਿਰ ਰੱਖ ਕੇ ਆਸ਼ੀਰਵਾਦ ਮੰਗਦਾ ਪਿਆ ਸੀ। ਜਿਹੜੀ ਸਰਕਾਰ ਇਹੋ ਜਿਹੇ ਦੋਸ਼ੀ ਬਾਬੇ ਦੇ ਚਰਨਾਂ 'ਚ 51 ਲੱਖ ਦਾ ਚੈੱਕ ਰੱਖ ਕੇ ਆਸ਼ੀਰਵਾਦ ਮੰਗਦੀ ਹੈ, ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਹ ਚੈੱਕ ਸ਼ਰਮੋ ਸ਼ਰਮੀ ਵਾਪਸ ਲੈਂਦੀ ਹੈ। ਜਿਹੜੀ ਸਰਕਾਰ ਨੇ ਅੱਜ ਤੱਕ ਕਦੇ ਇਹਦੇ ਡੇਰੇ 'ਚ ਜਾ ਕੇ ਚੈੱਕ ਨਹੀਂ ਕੀਤਾ ਔਰ ਉੱਥੇ ਸਕਿਨ ਬੈਂਕ ਵੀ ਚੱਲਦੇ ਰਹੇ, ਉਹ ਅੱਗੋਂ ਵੀ ਇਹਦੀ ਮਦਦ ਕਰੂਗੀ। ਹੁਣ ਉਹ ਸਕਿਨ ਬੈਂਕ ਵਾਲਾ ਕੇਸ ਜਿਹੜਾ ਚੱਲਦਾ ਪਿਆ ਸੀ, ਉਹਦੇ 'ਚ ਇਹਨਾਂ ਦੇ ਡੇਰੇ ਦਾ ਜਿਹੜਾ ਚੇਅਰਪਰਸਨ ਹੈ, ਉਹਨੂੰ 2-3 ਵਾਰੀ ਅਦਾਲਤ ਨੇ ਸੱਦਿਆ ਤੇ ਉਹਨੂੰ ਪਤਾ ਮੈਂ ਫਸ ਜਾਣਾ, ਮੈਨੂੰ ਸਜ਼ਾ ਹੋ ਜਾਣੀ ਆ, ਉਹ ਉੱਥੇ ਪੇਸ਼ ਹੋਣ ਤੋਂ ਹਟ ਗਿਆ। ਅੱਜ ਅਖਬਾਰਾਂ 'ਚ ਰਿਪੋਰਟ ਆਈ ਹੈ ਕਿ ਉਹਦੇ ਖਿਲਾਫ ਅਦਾਲਤ ਨੇ ਵਾਰੰਟ ਜਾਰੀ ਕੀਤਾ ਕਿ ਲਿਆ ਕੇ ਪੇਸ਼ ਕਰੋ। ਉਹ ਕੌਣ ਆ ਕੌਣ ਨਹੀਂ, ਜਦੋਂ ਅਦਾਲਤ ਵਿੱਚ ਲਿਆ ਕੇ ਪੇਸ਼ ਕਰਨਗੇ ਉਦੋਂ ਪਤਾ ਲੱਗੂਗਾ। ਪਰ ਇਹ ਸਮਝ ਲਓ ਕਿ ਖਿੱਦੋ ਦੀਆਂ ਲੀਰਾਂ ਅਜੇ ਸਾਰੀਆਂ ਨਹੀਂ ਨਿਕਲੀਆਂ। ਇਸ ਖਿੱਦੋ ਦੀਆਂ ਮੁਸ਼ਕ ਮਾਰਦੀਆਂ ਲੀਰਾਂ ਜਿਹੜੀਆਂ ਨੇ ਹੌਲੀ ਹੌਲੀ ਇੱਕ ਇੱਕ ਕਰਕੇ ਨਿਕਲਦੀਆਂ ਪਈਆਂ ਤੇ ਅਜੇ ਪਤਾ ਨਹੀਂ ਕਿੱਡਾ ਕੁ ਵੱਡਾ ਢੇਰੇ 'ਚੋਂ ਨਿਕਲਣਾ ਜੀ। ਇਕਬਾਲ ਸਾਹਿਬ, ਅੱਜ ਜਿਹੜਾ ਇੱਕ ਵਿਧਾਨ ਸਭਾ ਦਾ ਸੈਸ਼ਨ ਸੀਗਾ, ਪੰਜਾਬ ਸਰਕਾਰ ਨੇ ਸੱਦਿਆ, ਜੇ ਮੈਂ ਗਲਤ ਨਹੀਂ ਤੇ ਸ਼ਾਇਦ ਉਹਨੂੰ ਹੁਣ 2 ਦਿਨਾਂ ਦਾ ਕਰ ਦਿੱਤਾ ਗਿਆ। ਤੇ ਜਿਹੜਾ ਵਿਸ਼ੇਸ਼ ਇਜਲਾਸ ਆ, ਇਹਦੇ ਵਿੱਚ ਤੁਹਾਨੂੰ ਕੀ ਆਸ ਆ ਵੀ ਕਿਹੜੇ ਵੱਟ ਚੰਨੀ ਸਾਹਿਬ ਕੱਢਣ ਦੀ ਕੋਸ਼ਿਸ਼ ਕਰਨਗੇ? ਕਿਉਂਕਿ ਤੁਸੀਂ ਸ਼ਬਦ ਵਰਤਿਆ ਕਿ ਸਰਕਾਰ ਦੀਆਂ ਤੇ ਤਕਾਲਾਂ ਪਈਆਂ, ਜੇ ਮੈਂ ਗਲਤ ਨਹੀਂ ਤੇ ਹੈ ਵੀ ਇਸ ਸਰਕਾਰ ਦਾ ਇਹ ਆਖਰੀ ਵਿਧਾਨ ਸਭਾ ਸੈਸ਼ਨ ਹੀ। ਆਖਰੀ ਵਿਧਾਨ ਸਭਾ ਸੈਸ਼ਨ ਕੀ ਦੇ ਸਕਦਾ ਲੋਕਾਂ ਨੂੰ ਜੀ? ਨਹੀਂ, ਅਜੇ ਆਖਰੀ ਤਾਂ ਹੈ ਨਹੀਂ ਗਾ। ਇਹ ਹੋ ਸਕਦਾ ਕਿ ਫਰਵਰੀ 'ਚ ਇੱਕ ਸੈਸ਼ਨ ਹੋਰ ਹੋ ਜੇ, ਇਹ ਵੀ ਹੋ ਸਕਦਾ ਨਾ ਹੋਵੇ। ਜੇ ਪਹਿਲਾਂ ਚੋਣ ਜ਼ਾਬਤਾ ਲਾਗੂ ਹੋ ਗਿਆ ਤੇ ਚੋਣਾਂ ਦੀਆਂ ਤਰੀਕਾਂ ਹੀ ਉਸ ਤੋਂ ਪਹਿਲਾਂ ਦੀਆਂ ਆ ਗਈਆਂ, ਫਿਰ ਨਹੀਂ ਹੋਵੇਗਾ। ਜੇ ਥੋੜ੍ਹੀਆਂ ਲੇਟ ਹੋ ਗਈਆਂ ਯੂਪੀ ਦਾ ਕਰਕੇ ਤੇ ਫਿਰ ਇੱਕ ਹੋਰ ਹੋ ਵੀ ਸਕਦਾ। ਇਹਦੇ 'ਚ ਬਹੁਤੀ ਆਸ ਇਹ ਕੀਤੀ ਜਾਂਦੀ ਹੈ ਕਿ ਸਰਕਾਰ ਜਿਹੜਾ ਨਸ਼ੀਲੇ ਪਦਾਰਥਾਂ ਵਾਲਾ ਮਾਮਲਾ, ਉਹਦੀ ਬੰਦ ਪਈ ਫਾਈਲ ਖੋਲ੍ਹ ਦੇਵੇ। ਕੁਝ ਲੋਕਾਂ ਦਾ ਕਹਿਣਾ ਕਿ ਉਹ ਫਾਈਲ ਹਾਈ ਕੋਰਟ ਦੇ ਕੋਲ ਬੰਦ ਪਈ ਆ ਤੇ ਪੰਜਾਬ ਸਰਕਾਰ ਖੋਲ੍ਹ ਨਹੀਂ ਸਕਦੀ। ਕੁਝ ਲੋਕ ਇਹ ਕਹਿੰਦੇ ਆ ਕਿ ਹਾਈ ਕੋਰਟ ਨੇ ਉਹ ਫਾਈਲ ਪੰਜਾਬ ਸਰਕਾਰ ਨੂੰ ਦੇ ਕੇ ਤੇ ਪੰਜਾਬ ਸਰਕਾਰ ਤੋਂ ਰਾਏ ਮੰਗੀ ਹੋਈ ਆ ਕਿ ਤੁਸੀਂ ਇੱਥੇ ਕੀ ਕੀਤਾ, ਕੀ ਕਰਨਾ ਤੇ ਕੀ ਹੋਰ ਕਰ ਸਕਦੇ ਹੋ, ਕਿਉਂਕਿ ਫਾਈਲ ਹਾਈ ਕੋਰਟ ਨੇ ਆਪ ਪੰਜਾਬ ਸਰਕਾਰ ਨੂੰ ਦਿੱਤੀ ਹੈ। ਇਸ ਕਰਕੇ ਪੰਜਾਬ ਸਰਕਾਰ ਨੂੰ ਖੁੱਲ੍ਹਣ ਦਾ ਹੱਕ ਹੈ ਤੇ ਵਿਧਾਨ ਸਭਾ ਜਿਹੜੀ ਹੈ ਇਹ ਆਪਣੇ ਆਪ 'ਚ ਇੱਕ ਸੰਵਿਧਾਨਕ ਬਾਡੀ ਹੈ, ਇਹਦੇ ਵਿੱਚੋਂ ਫਾਈਲ ਖੋਲ੍ਹੀ ਜਾ ਸਕਦੀ ਹੈ। ਹੁਣ ਦੋਵਾਂ ਪਾਸਿਆਂ ਤੋਂ ਦਬਾਅ ਪੈਂਦਾ ਪਿਆ। ਮੁੱਖ ਮੰਤਰੀ ਇਸ ਦਬਾਅ ਨੂੰ ਮੰਨਦਾ ਕਿ ਨਹੀਂ ਮੰਨਦਾ ਸਾਨੂੰ ਪਤਾ ਨਹੀਂ। ਕੋਸ਼ਿਸ਼ ਇਹ ਹੋਵੇਗੀ ਕੁਝ ਲੋਕਾਂ ਦੀ ਕਿ ਉੱਥੇ ਰੌਲਾ ਪਾ ਕੇ ਆਖਿਆ ਜਾਵੇ ਉਹ ਫਾਈਲ ਖੋਲ੍ਹੋ, ਤੇ ਕੁਝ ਲੋਕ ਜਿਨ੍ਹਾਂ ਦਾ ਨਾ ਇਹਦੇ 'ਚ ਆਉਣ ਦਾ ਸ਼ੱਕ ਹੈ ਉਹ ਇਹ ਵੀ ਰੌਲਾ ਪਾਉਣਗੇ ਕਿ ਨਹੀਂ ਤੁਸੀਂ ਖੋਲ੍ਹ ਨਹੀਂ ਸਕਦੇ, ਹਾਈ ਕੋਰਟ ਦੀ ਮਰਜ਼ਾਦਾ ਦਾ ਸਵਾਲ ਹੈ ਤੇ ਮਾਣਾ ਨਹੀਂ ਲੱਗ ਜਾਏਗੀ। ਇਹ ਦੋਵੇਂ ਗੱਲਾਂ ਚੱਲਣੀਆਂ ਨੇ। ਸਹੀ ਪੋਜੀਸ਼ਨ ਕੀ ਆ ਸਾਰੀ ਅਜੇ ਤੱਕ ਬਾਹਰ ਨਹੀਂ ਆਉਂਦੀ। ਇੰਨਾ ਪਤਾ ਲੱਗਦਾ ਪਿਆ ਕਿ ਉਹ ਰਿਪੋਰਟ ਜਿਹੜੀ ਸੀ, ਉਸ ਰਿਪੋਰਟ ਦੇ ਮਾਮਲੇ 'ਚ ਹਾਈ ਕੋਰਟ ਨੇ ਕਿਉਂਕਿ ਆਪ ਇੱਕ ਕਾਪੀ ਦੇ ਕੇ ਪੰਜਾਬ ਸਰਕਾਰ ਤੋਂ ਉਹਦਾ ਰਿਐਕਸ਼ਨ ਮੰਗਿਆ ਵਾ, ਉਹਦਾ ਪ੍ਰਤੀਕਰਮ ਮੰਗਿਆ ਹੋਇਆ, ਇਸ ਕਰਕੇ ਪੰਜਾਬ ਸਰਕਾਰ ਉਹਨੂੰ ਖੋਲ੍ਹ ਸਕਦੀ ਹੈ। ਇਹ ਹੁਣ ਇਸ ਸੈਸ਼ਨ ਦੇ ਵਿੱਚ ਪਤਾ ਲੱਗੇਗਾ ਕਿ ਪੰਜਾਬ ਸਰਕਾਰ ਖੋਲ੍ਹਦੀ ਕਿ ਨਹੀਂ ਖੋਲ੍ਹਦੀ। ਉੱਦਾਂ ਪ੍ਰੈਸ਼ਰ ਸਾਰੇ ਪਾਸਿਆਂ ਤੋਂ ਹੈਗਾ, ਖੋਲ੍ਹ ਦਿਓ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਵਕਤ ਜਿਹੜਾ DGP ਜੇਲ੍ਹਾਂ ਦਾ ਸੀ, ਜਿਹੜਾ ਬਹੁਤ ਬੜਕ ਨਾਲ ਕਹਿੰਦਾ ਸੀ ਮੈਂ ਰਿਪੋਰਟ ਦਿੱਤੀ ਹੈ, ਉਹ ਹੁਣ ਉਸ ਪੈਂਤੜੇ 'ਤੇ ਸ਼ਾਇਦ ਨਹੀਂ ਲੱਭਦਾ। ਉਹਦੇ ਬਾਰੇ ਕਈ ਕਿਸਮ ਦੀਆਂ ਗੱਲਾਂ ਚੱਲਦੀਆਂ ਨੇ। ਪੋਜੀਸ਼ਨ ਉਹਨੂੰ ਵੀ ਆਪਣੀ ਕਲੀਅਰ ਕਰ ਦੇਣੀ ਚਾਹੀਦੀ ਹੈ ਕਿ ਉਹ ਕਿੱਥੇ ਖੜਾ ਹੈ, ਪਰ ਲੋਕ ਇਹ ਚਾਹੁੰਗੇ ਕਿ ਫਾਈਲ ਇੱਕ ਵਾਰੀ ਖੋਲ੍ਹ ਦਿੱਤੀ ਜਾਵੇ। ਦੂਸਰਾ, ਇਹਦੇ ਤੋਂ ਇਲਾਵਾ ਪਿਛਲੇ ਦਿਨਾਂ 'ਚ ਪੰਜਾਬ ਸਰਕਾਰ ਨੇ ਕੁਝ ਫੈਸਲੇ ਕੀਤੇ ਆ। ਫੈਸਲਾ ਤਾਂ ਉਹਨੇ ਵੀ ਕੀਤਾ ਕਿ ਪੈਟਰੋਲ ਦੇ ਰੇਟ ਘਟਾ ਦਿਓ, ਡੀਜ਼ਲ ਦੇ ਘਟਾ ਦਿਓ, ਇੱਦਾਂ ਦੇ ਕੁਝ ਹੋਰ ਫੈਸਲੇ ਵੀ ਆ। ਫੈਸਲਾ ਤਾਂ ਇਹ ਵੀ ਆ ਕਿ ਪੰਜਾਬੀ ਲਾਗੂ ਕਰਨੀ ਆ, ਜਿੱਥੇ ਪੰਜਾਬੀ ਲਾਗੂ ਨਹੀਂ ਕੋਈ ਕਰਦਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਭਾਸ਼ਾ ਵਿਭਾਗ ਦੇ ਅਫਸਰਾਂ ਨੂੰ ਆਖਿਆ ਛਾਪੇ ਮਾਰੋ, ਛਾਪੇ ਮਾਰ ਕੇ ਜਿਹੜੇ ਦੋਸ਼ੀ ਉਹਨਾਂ ਦੇ ਖਿਲਾਫ ਕਾਰਵਾਈ ਕਰੋ, ਉਹਨਾਂ ਨੂੰ ਜੁਰਮਾਨੇ ਪਾਓ।
ਪਰ ਇੰਨੇ ਅਫਸਰ ਭਾਸ਼ਾ ਵਿਭਾਗ ਦੇ ਕੋਲ ਹੈਗੇ ਆ। ਭਾਸ਼ਾ ਵਿਭਾਗ ਕੋਲ ਤੇ ਅਫਸਰ ਹੀ ਪੂਰੇ ਨਹੀਂ, ਨਾ ਜ਼ਿਲ੍ਹਿਆਂ ਵਿੱਚ ਨਾ ਪੰਜਾਬ ਪੱਧਰ ਤੇ ਉਹਨਾਂ ਦੇ ਕੋਲ ਹੈ ਨਹੀਂ। ਉਹ ਫਿਰ ਕਰਨਗੇ ਕੀ? ਉੱਦਾਂ ਇੱਕ ਕੰਮ ਹੋਰ ਵੀ ਚੰਗਾ ਕੀਤਾ, ਸਰਕਾਰ ਨੇ ਫੈਸਲਾ ਕਰਤਾ ਕਿ ਜਿਹੜੇ ਬੁਢਾਪਾ ਪੈਨਸ਼ਨ ਵਾਲੇ ਬਜ਼ੁਰਗ ਨੇ ਉਹਨਾਂ ਦੀਆਂ ਪੈਨਸ਼ਨਾਂ ਡਬਲ ਕਰ ਦਿੱਤੀਆਂ ਜਾਣ। ਇਹਨਾਂ ਨੂੰ ਵੀ ਮਨਜ਼ੂਰੀ ਦਿਵਾਉਣੀ ਆ। ਬਹੁਤ ਸਾਰੇ ਟੀਚਰ ਬੱਚੇ ਨੇ ਜਿਹੜੇ ਕੋਰਸ ਕਰ ਚੁੱਕੇ, ਉਹਨਾਂ ਨੂੰ ਅਜੇ ਤੱਕ ਨੌਕਰੀਆਂ ਨਹੀਂ ਮਿਲਦੀਆਂ। ਉਹ ਅੱਡ-ਅੱਡ ਥਾਵਾਂ 'ਤੇ ਕੋਈ ਟੈਂਕੀ 'ਤੇ ਜਾ ਕੇ ਚੜ੍ਹਦਾ, ਕੋਈ ਕਿਤੇ ਜਾ ਕੇ ਪਾਰਕ ਵਿੱਚ ਲੰਮਾ ਪੈ ਕੇ ਭੁੱਖ ਹੜਤਾਲ ਰੱਖ ਕੇ ਬਹਿ ਜਾਂਦਾ, ਕੋਈ ਮੰਤਰੀ ਦਾ ਘਰ ਘੇਰਦਾ। ਰੋਜ਼ ਪੁਲਿਸ ਉਹਨਾਂ ਨੂੰ ਕੁੱਟਦੀ ਪਈ ਆ। ਉਹਨਾਂ ਦਾ ਮੁੱਦਾ ਵੀ ਵਿਧਾਨ ਸਭਾ 'ਚ ਗੂੰਜਣਾ। ਵਿਰੋਧੀ ਪਾਰਟੀਆਂ ਨੇ ਆਪੋ ਆਪਣੇ ਮੁੱਦੇ ਵੀ ਉਠਾਉਣੇ ਆ। ਕਈ ਵਾਰੀ ਮੁੱਦੇ ਇਸ ਕਰਕੇ ਉਠਾਏ ਜਾਂਦੇ ਆ ਕਿ ਉਹ ਉਠਾਉਣੇ ਜ਼ਰੂਰੀ ਹੁੰਦੇ ਆ, ਅਤੇ ਕਈ ਵਾਰੀ ਕੁਝ ਮੁੱਦੇ ਇਸ ਕਰਕੇ ਉਠਾਏ ਜਾਂਦੇ ਆ ਕਿ ਜਿਹੜੇ ਵੱਡੇ ਮੁੱਦਿਆਂ ਦੇ ਉੱਤੇ ਬਹਿਸ ਚੱਲਦੀ ਪਈ ਆ, ਉਸ ਬਹਿਸ ਨੂੰ ਤਿਲਕਾ ਕੇ ਕਿਸੇ ਹੋਰ ਪਾਸੇ ਕਰਨਾ ਹੁੰਦਾ। ਹੁਣ ਤਾਂ ਵਿਧਾਨ ਸਭਾ ਦੇ ਸੈਸ਼ਨ ਵਿੱਚ ਹੀ ਵੇਖਾਂਗੇ ਸਰਕਾਰ ਕੀ ਪੈਂਤਰਾ ਲੈਂਦੀ ਹੈ, ਵਿਰੋਧੀ ਧਿਰ ਕੀ ਲੈਂਦੀ ਹੈ। ਜੇ ਵਿਰੋਧੀ ਧਿਰ ਦੇ ਵਿੱਚੋਂ ਕੁਝ ਹਿੱਸਾ ਇਹੋ ਜਿਹਾ ਹੋਵੇ ਜਿਹੜਾ ਸਰਕਾਰ ਨੂੰ ਆਖੇ ਕੰਸਟਰਕਟਿਵ ਕੰਮ ਕਰੋ, ਅਸੀਂ ਤੁਹਾਡੇ ਨਾਲ ਆ, ਤੇ ਫਿਰ ਸਿੱਟੇ ਚੰਗੇ ਵੀ ਨਿਕਲ ਸਕਦੇ ਆ। ਨਹੀਂ ਤਾਂ ਲੱਗਦਾ ਇਹ ਆ ਕਿ ਆਹ ਸਿੱਟੇ ਚੰਗੇ ਕੱਢਣ ਦਾ ਸਮਾਂ ਨਹੀਂ ਗਾ ਇਸ ਵੇਲੇ। ਤੇ ਹਰ ਕੋਈ ਇਹ ਚਾਹੇਗਾ ਕਿ ਮੇਰੀ ਗੱਲ ਲੋਕਾਂ 'ਚ ਜਾਣੀ ਚਾਹੀਦੀ ਆ ਕਿ ਮੈਂ ਲੋਕਾਂ ਵਾਸਤੇ ਲੜਿਆ ਬੜਾ ਸਾਂ, ਸਿੱਟਾ ਕੱਢਿਆ ਨਹੀਂ ਕੱਢਿਆ ਨੂੰ ਛੱਡੋ, ਵੋਟਰਾਂ ਸਾਹਮਣੇ ਜਾਣਾ ਚਾਹੀਦਾ ਕਿ ਮੈਂ ਉਹਨਾਂ ਦੇ ਖਾਤਰ ਰੌਲਾ ਬਹੁਤ ਪਾਇਆ ਸੀ, ਲੋੜ ਪਈ ਤੋਂ ਮਾਰਸ਼ਲ ਤੋਂ 4 ਧੱਕੇ ਵੀ ਖਾਧੇ ਸੀ, ਫਿਰ ਮੈਂ ਬਾਹਰ ਵੀ ਜਾ ਕੇ ਬਹਿ ਗਿਆ ਸੀ। ਆਹ ਪ੍ਰਭਾਵ ਬਣਾਉਣ ਵਾਸਤੇ ਜ਼ਿਆਦਾ ਜ਼ੋਰ ਲੱਗੂਗਾ ਜੀ। ਇੱਕ ਪਰ ਸਭ ਹੈ ਤੇ ਗੱਲ ਸੋਚਦੇ ਹੁੰਦੇ ਆ ਵੀ ਆਪਾਂ ਨਹੀਂ ਕਰਦੇ, ਪਰ ਗੱਲ ਮੈਂ ਇਸ ਕਰਕੇ ਕਰਨੀ ਚਾਹੁੰਦਾ ਕਿ ਵੀ ਹੈ ਤੇ ਕਹਿਣ ਨੂੰ ਖੇਡ ਹੀ, ਪਰ ਖੇਡ ਨੂੰ ਖੇਡ ਭਾਵਨਾ ਘੱਟ ਤੇ ਖੇਡ ਵਾਲੀ ਭਾਵਨਾ ਵਾਲੇ ਪਾਸੇ ਜ਼ਿਆਦਾ ਅਸੀਂ ਲੈ ਗਏ ਹਾਂ। ਹੁਣ ਜਿਹੜਾ ਵਰਲਡ ਕੱਪ ਜਿਹਾ ਮੁੱਕਿਆ ਜੀ, ਇੱਕ ਤਰ੍ਹਾਂ ਨਾਲ ਭਾਰਤ ਕਹਿੰਦੇ ਬਾਹਰ ਹੋ ਗਿਆ T20 ਵਾਲੇ ਪਾਸਿਓਂ, ਉਹਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਅਤੇ ਕਈ ਤਰ੍ਹਾਂ ਦੀ ਘਟੀਆ ਸ਼ਬਦਾਵਲੀ ਤੱਕ ਆਪਣੇ ਵਾਲੇ ਲੋਕ ਅੱਪੜ ਗਏ। ਇਹਨੂੰ ਕਿਵੇਂ ਦੇਖਦੇ ਹੋ ਵੀ ਜਾਂ ਸਾਨੂੰ ਖੇਡਣਾ ਨਹੀਂ ਆਉਂਦਾ ਜਾਂ ਫਿਰ ਅਸੀਂ ਇੰਨੇ ਕੁ ਜ਼ਿਆਦਾ ਇਨਵੋਲਵ ਹੋ ਜਾਂਦੇ ਹਾਂ ਵੀ ਹਰੇਕ ਖੇਡ ਨੂੰ ਕਿਸੇ ਹੋਰ ਪਾਸੇ ਜਾ ਜੋੜਦੇ ਹਾਂ? ਨਹੀਂ, ਸਾਨੂੰ ਇਹ ਫੈਸਲਾ ਹੀ ਕਰ ਦੇਣਾ ਚਾਹੀਦਾ ਕਿ ਅਸੀਂ ਉੱਥੇ ਖੇਡਣ ਜਾਵਾਂਗੇ ਜਿੱਥੇ ਪਹਿਲਾਂ ਲਿਖ ਕੇ ਦੇਣ ਵੀ ਜਿੱਤ ਤੁਹਾਡੀ ਹੋਊਗੀ, ਟਰਾਫੀ ਤੁਸੀਂ ਲੈ ਕੇ ਜਾਓ। ਇਹ ਕੋਈ ਤਰੀਕਾ? ਜਦੋਂ ਅਸੀਂ ਖੇਡਣ ਜਾਂਦੇ ਹਾਂ, ਕਦੇ ਅਸੀਂ ਜਿੱਤਾਂਗੇ ਵੀ, ਕਦੇ ਅਸੀਂ ਹਾਰਾਂਗੇ ਵੀ। ਅਸੀਂ ਇਕੱਲੇ ਆ? ਬਾਕੀ ਦੇਸ਼ਾਂ ਵਾਲੇ ਕਿੰਨੇ ਆ? ਉਹਨਾਂ ਸਾਰਿਆਂ ਨੇ ਟਰਾਫੀਆਂ ਲੈ ਕੇ ਘਰ ਨੂੰ ਆਉਣਾ। ਉਹਨਾਂ 'ਚੋਂ ਕਈ ਸੈਮੀਫਾਈਨਲ ਤੋਂ ਹੀ ਬਾਹਰ ਨਿਕਲ ਗਏ ਨੇ ਔਰ ਵੱਡੇ ਵੱਡੇ ਦੇਸ਼ ਨਿਕਲ ਗਏ ਨੇ। ਭਾਰਤ ਇਕੱਲਾ ਨਿਕਲਿਆ। ਜੇ ਨਿਕਲ ਗਿਆ ਤਾਂ ਫਿਰ ਕੀ ਹੋ ਗਿਆ? ਪਰ ਭਾਰਤ ਤੇ ਪਾਕਿਸਤਾਨ ਦੋ ਇਹੋ ਜਿਹੇ ਦੇਸ਼ ਆ ਜਿੱਥੇ ਦਰਸ਼ਕ ਜਦੋਂ ਆਪਣੇ ਖਿਡਾਰੀਆਂ ਨੂੰ ਚੁੱਕਦੇ ਆ ਤੇ ਅਸਮਾਨ ਤੇ ਚੁੱਕ ਦਿੰਦੇ ਆ, ਤੇ ਜੇ ਉਹ ਕਿਤੇ ਹਾਰ ਜਾਣ ਤੇ ਫਿਰ ਉਹਨਾਂ ਦਾ ਜਲੂਸ ਕੱਢਦੇ ਆ। 1995 ਦੇ ਵਿੱਚ ਜਦੋਂ ਵਰਲਡ ਕੱਪ ਦੇ ਵਿੱਚ ਭਾਰਤ ਤੋਂ ਪਾਕਿਸਤਾਨ ਦੀ ਟੀਮ ਹਾਰ ਗਈ ਤੇ ਉਹਨੇ ਵਾਪਸ ਜਾਣਾ ਸੀ, ਤੇ ਉੱਥੋਂ ਦੀਆਂ ਅਖਬਾਰਾਂ ਨੇ 13 ਕਵਰਾਂ ਛਾਪੀਆਂ ਸੀ ਪਹਿਲੇ ਸਫ਼ੇ ਤੇ। 11 ਕਵਰਾਂ ਖਿਡਾਰੀਆਂ ਦੀਆਂ, ਇੱਕ ਕੋਚ ਦੀ ਤੇ ਇੱਕ ਮੈਨੇਜਰ ਦੀ। ਉਹਦਾ ਮਤਲਬ ਸੀ ਇਹਨਾਂ ਨੂੰ ਫੜ ਕੇ ਕਵਰਾਂ 'ਚ ਦੱਬ ਦਿਓ। ਔਰ ਉਹ ਡਰਦੇ ਕੱਲਾ ਕੱਲਾ ਕਰਕੇ ਅੱਡ-ਅੱਡ ਅੱਡਿਆਂ ਤੇ ਰਾਤ ਦੇ ਵਕਤ ਉਤਰ ਕੇ ਚੁੱਪ ਚਪੀਤੇ ਆਪਣੇ ਘਰੀ ਜਾ ਕੇ ਲੁਕੇ ਸਨ। ਇਹ ਸਾਡੇ ਭਾਰਤ ਵਿੱਚ ਵੀ ਇਹੋ ਕੁਝ ਹੁੰਦਾ। ਇਸ ਵਾਰੀ ਕੀ ਹੈ, ਟੀਮ ਹਾਰ ਗਈ, ਫਿਰ ਕੀ ਹੋ ਗਿਆ? ਇੱਕ ਵਾਰੀ ਹਾਰ ਗਏ, ਦੂਜੀ ਵਾਰੀ ਜਿੱਤ ਜਾਣਗੇ। ਜਿਹੜੇ ਖਿਡਾਰੀ ਇਸ ਵਾਰੀ ਹਾਰ ਗਏ ਨੇ, ਇਹੋ ਖਿਡਾਰੀ ਪਹਿਲਾਂ ਬਹੁਤ ਸਾਰੀਆਂ ਥਾਵਾਂ ਤੇ ਜਿੱਤਦੇ ਰਹੇ ਆ, ਉਹਨਾਂ ਨੂੰ ਤੁਸੀਂ ਮਾਣ ਵੀ ਦਿੰਦੇ ਰਹੇ ਹੋ। ਔਰ ਬਦਤਮੀਜ਼ੀ ਇੰਨੀ ਹੈ ਕਿ ਸਾਡੇ ਖਿਡਾਰੀਆਂ ਦੇ ਬਾਰੇ ਹੱਦੋਂ ਵੱਧ ਭੈੜੀਆਂ ਗੱਲਾਂ ਕਹੀਆਂ ਜਾ ਰਹੀਆਂ। ਸਾਡੇ ਕ੍ਰਿਕਟ ਦੇ ਇੱਕ ਬਹੁਤ ਪ੍ਰਸਿੱਧ ਖਿਡਾਰੀ, ਮੈਂ ਜਾਣਬੁੱਝ ਕੇ ਉਹਦਾ ਨਾਂ ਨਹੀਂ ਲੈ ਰਿਹਾ, ਜਿਹਨੂੰ ਹੁਣ ਤੱਕ ਬਹੁਤ ਮਾਣ ਦਿੱਤਾ ਜਾਂਦਾ ਸੀ, ਉਹਦੇ ਬਾਰੇ ਇੱਥੋਂ ਤੱਕ ਆਖਿਆ ਗਿਆ ਕਿ ਉਹਦੀ ਸਿਰਫ 9 ਮਹੀਨੇ ਦੀ ਬੇਟੀ ਆ ਜਿਹੜੀ ਅਜੇ ਆਪਣਾ ਨਾਂ ਨਹੀਂ ਦੱਸ ਸਕਦੀ। ਕਹਿੰਦੇ ਤੇਰੀ 9 ਮਹੀਨੇ ਦੀ ਜਿਹੜੀ ਬੇਟੀ ਆ ਉਹਦੇ ਨਾਲ ਵੀ ਰੇਪ ਕੀਤਾ ਜਾਊਗਾ। ਐਦੋਂ ਵੱਧ ਵੀ ਬਦਤਮੀਜ਼ੀ ਕੋਈ ਹੋ ਸਕਦੀ ਹੈ? ਇਹਦੇ ਵਿੱਚ ਖੇਡ ਭਾਵਨਾ ਕਿੱਥੇ ਹੋ ਗਈ? ਇਹਦੇ ਵਿੱਚ ਖੇਡ ਭਾਵਨਾ, ਇਹ ਜਿਹੜੀ ਖੇਡ ਭਾਵਨਾ ਕੁਝ ਦਰਸ਼ਕਾਂ ਦੇ ਵਿੱਚ, ਇਹਨੂੰ ਡਿਸਕਰੇਜ ਕਰਨਾ ਚਾਹੀਦਾ। ਬਲਕਿ ਇਹੋ ਜਿਹਾ ਮੈਸੇਜ ਜਿਹੜਾ ਕੋਈ ਦਿੰਦਾ ਉਹਦੀ ਪੁਣਛਾਣ ਕਰਕੇ ਸਾਈਬਰ ਕ੍ਰਾਈਮ ਵਾਲਿਆਂ ਨੂੰ ਉਹ ਬੰਦਾ ਲੱਭ ਕੇ ਜੇਲ੍ਹ ਸੁੱਟਣਾ ਚਾਹੀਦਾ, ਜਿਹੜਾ ਇਹੋ ਜਿਹੀ ਬਿਮਾਰ ਮਾਨਸਿਕਤਾ ਵਾਲਾ। ਖਿਡਾਰੀਆਂ ਦੇ ਨਾਲ ਜੇ ਖਿਡਾਰੀ ਨਹੀਂ ਚੰਗਾ ਖੇਡਿਆ, ਉਹਦੇ ਖਿਲਾਫ ਤੁਸੀਂ ਜਿਹੜਾ ਰੌਲਾ ਪਾਉਣਾ ਪਾ ਲਓ, ਪਰ ਉਹਦੇ ਬੱਚਿਆਂ ਬਾਰੇ ਔਰ ਖਾਸ ਕਰਕੇ 9 ਮਹੀਨੇ ਦੀ ਬੱਚੀ ਬਾਰੇ ਆਹ ਗੱਲਾਂ ਆਖੀਆਂ ਗਈਆਂ ਨੇ। ਐਦੋਂ ਵੱਧ ਬਦਤਮੀਜ਼ੀ ਕੀ ਹੋ ਸਕਦੀ ਹੈ? ਇਹ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਚੰਗੀਆਂ ਨਹੀਂ। ਇਹ ਤੋਂ ਪਹਿਲਾਂ ਵੀ 2-3 ਵਾਰੀ ਹੋਇਆ। ਇੱਕ ਵਾਰੀ ਇਹ ਹੋਇਆ ਸੀ ਕਿ ਟੀਮ ਹਾਰ ਗਈ ਤੇ ਅਜ਼ਰੁਦੀਨ ਦੇ ਖਿਲਾਫ ਇਹ ਰੌਲਾ ਪਾਤਾ, ਮੁਸਲਮਾਨ ਸੀ, ਪਰ ਉਹ ਅਜ਼ਰੁਦੀਨ ਕਈਆਂ ਮੌਕਿਆਂ ਉੱਤੇ ਜਿੱਤ ਕੇ ਵੀ ਆਇਆ ਸੀ ਔਰ ਉਦੋਂ ਉਸੇ ਨੂੰ ਮਾਣ-ਤਾਣ ਵੀ ਦਿੰਦੇ ਰਹੇ ਸੀ। ਇਹ ਜਿਹੜੀ ਖੇਡਾਂ ਦੀ ਭਾਵਨਾ ਛੱਡ ਕੇ ਹੋਰ ਪਾਸੇ ਨੂੰ ਭਾਰਤ ਦੇ ਲੋਕ ਤੁਰੇ ਜਾਂਦੇ ਆ, ਇਹਨੂੰ ਕਿਤੇ ਨਾ ਕਿਤੇ ਵਹਿਣ ਨੂੰ ਲਗਾਮ ਦੇਣੀ ਚਾਹੀਦੀ ਹੈ। ਇਕਬਾਲ ਸਾਹਿਬ, ਦਿੱਲੀ ਵਾਲੀ ਜਿਹੜੀ ਪ੍ਰਦੂਸ਼ਣ ਵਾਲੀ ਲੜਾਈ ਸੀ, ਉਹ ਪਹਿਲਾਂ ਤੇ ਜਦੋਂ ਵੀ ਮਿਜ਼ਾਈਲ ਚੱਲਦੀ ਸੀ ਪੰਜਾਬ ਤੇ ਆਣ ਡਿੱਗਦੀ ਸੀ, ਫਿਰ ਜਦੋਂ ਇੱਧਰੋਂ ਲੋਕੀ ਜਵਾਬ ਦੇਣ ਲੱਗੇ ਵੀ ਪੰਜਾਬ ਦਾ ਧੂੰਆਂ ਕੀ ਗੱਲ, ਵੀ ਜਹਾਜ਼ 'ਚ ਬਹਿ ਕੇ ਜਾਂਦਾ ਦਿੱਲੀ, ਜਿਹੜਾ ਹੋਰ ਕਿਤੇ ਖੜਦਾ ਹੀ ਨਹੀਂ ਤੇ ਸਿੱਧਾ ਦਿੱਲੀ ਜਾ ਕੇ ਰੁਕ ਜਾਂਦਾ, ਫਿਰ ਉਦੋਂ ਬਾਅਦ ਵੀ ਕਿਤੇ ਨਹੀਂ ਜਾਂਦਾ।
ਉਹ ਹੁਣ ਲੜਾਈ ਦਿੱਲੀ ਦੇ ਵਿੱਚ ਹੀ ਦੋ ਪੋਲੀਟੀਕਲ ਪਾਰਟੀਆਂ 'ਚ ਬਣਦੀ ਜਾ ਰਹੀ ਜਾਪਦੀ। ਹੁਣ ਜਿੱਦਾਂ ਆਮ ਆਦਮੀ ਪਾਰਟੀ ਵਾਲਾ ਦੋਸ਼ ਇਹ ਲਾਇਆ ਵੀ ਅਸੀਂ ਤੇ ਪਟਾਕਿਆਂ ਤੇ ਰੋਕ ਲਾਈ ਸੀ, ਅਸੀਂ ਇਹ ਸਾਰਿਆਂ ਨੂੰ ਅਪੀਲ ਕਰਦੇ ਸਾਂ, ਤੇ ਬੀਜੇਪੀ ਵਾਲੇ ਸਗੋਂ ਚਲਾਉਣੋਂ ਨਹੀਂ ਹਟੇ। ਇਹ ਦਿੱਲੀ ਦਾ ਪ੍ਰਦੂਸ਼ਣ ਜਿਹੜਾ ਉਹ ਹੁਣ ਪੋਲੀਟੀਕਲ ਪ੍ਰਦੂਸ਼ਣ ਦੇ ਵਿੱਚ ਤਬਦੀਲ ਹੁੰਦਾ ਜਾ ਰਿਹਾ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਗੱਲ ਉਹਨਾਂ ਦੀ ਠੀਕ ਹੈ, ਕਿਉਂਕਿ ਸੁਪਰੀਮ ਕੋਰਟ ਤੱਕ ਕੇਸ ਕੀਤੇ ਗਏ ਕਿ ਪਟਾਕੇ ਚਲਾਉਣ ਦੇ ਉੱਤੇ ਰੋਕ ਹਿੰਦੂ ਧਰਮ ਦਾ ਕਿਉਂਕਿ ਉਤਸਵ ਹੈ ਇਸ ਕਰਕੇ ਲਾਈ ਜਾ ਰਹੀ ਹੈ। ਸੁਪਰੀਮ ਕੋਰਟ ਨੇ ਆਖਿਆ ਇਹ ਰੋਕ ਪ੍ਰਦੂਸ਼ਣ ਦਾ ਕਰਕੇ, ਇਹਦਾ ਕਿਸੇ ਧਰਮ ਨਾਲ ਕੋਈ ਸੰਬੰਧ ਨਹੀਂ। ਇਹਦੇ ਬਾਵਜੂਦ ਪਟਾਕੇ ਚਲਾਏ ਗਏ। ਮੈਂ ਇਸ ਵਾਰੀ ਸਾਰਾ ਪਤਾ ਕਰਾਇਆ, ਪਟਾਕਿਆਂ ਦੇ ਵਿੱਚ ਜਿਹੜਾ ਪ੍ਰਦੂਸ਼ਣ ਆ ਉਹਦੇ 'ਚ ਦੋ ਕਿਸਮ ਦੇ PM ਹੁੰਦੇ। PM ਦਾ ਮਤਲਬ ਪਾਰਟੀਕੂਲੇਟ ਮਟੀਰੀਅਲ। ਇੱਕ ਜਿਹੜਾ ਧੂੰਆਂ ਨਿਕਲਦਾ ਗੱਡੀਆਂ 'ਚੋਂ, ਇਹਦੇ ਵਿੱਚ 2.5 PM ਹੁੰਦਾ। ਜਿਹੜਾ ਪਰਾਲੀ ਵਾਲਾ ਧੂੰਆਂ ਉਹ 'ਚ 10 PM ਹੁੰਦਾ। ਜਿਹੜਾ 10 PM ਆ ਮੋਟੇ ਪਾਰਟੀਕਲਸ ਹੁੰਦੇ, ਉਹ ਸਾਹ ਦੇ ਨਾਲ ਅੰਦਰ ਨਹੀਂ ਜਾਂਦੇ ਛੇਤੀ ਕਿਤੇ। ਜਿਹੜੇ ਆ 2.5 PM ਵਾਲੇ ਆ, ਇਹ ਸਿੱਧੇ ਸਾਹ 'ਚ ਜਾਂਦੇ ਆ, ਕਿਡਨੀ ਨੂੰ ਵੀ ਤੇ ਲੰਗਸ ਨੂੰ, ਫੇਫੜਿਆਂ ਨੂੰ ਵੀ ਇਫੈਕਟ ਕਰਦੇ ਆ। ਇਹ ਦਿੱਲੀ ਦੇ ਵਿੱਚ ਸਭ ਤੋਂ ਵੱਧ ਇਹ ਆ। ਔਰ ਪਿਛਲਿਆਂ ਦਿਨਾਂ ਦੇ ਵਿੱਚ ਜਿਹੜੀ ਆਤਿਸ਼ਬਾਜ਼ੀ ਚੱਲੀ, ਉਹਨੇ ਇੰਨਾ ਵਧਾਇਆ ਕਿ ਮੰਗਲਵਾਰ ਨੂੰ ਜਿੰਨਾ ਪ੍ਰਦੂਸ਼ਣ ਦਿੱਲੀ 'ਚ ਸੀ, ਬੁੱਧਵਾਰ ਦੇ ਦਿਨ 24 ਘੰਟਿਆਂ ਦੇ ਅੰਦਰ ਅੰਦਰ 100 ਡਿਗਰੀਆਂ ਵੱਧ ਗਿਆ। ਔਰ ਜਦੋਂ ਬੁੱਧਵਾਰ ਸਵੇਰ ਸੀ, ਉਦੋਂ 650 ਦੇ ਕਰੀਬ ਸੀਗੇ ਜਿਹੜੇ ਇਹ 에ਅਰ ਕੁਆਲਿਟੀ ਇੰਡੈਕਸ AQI, ਤੇ ਜਦੋਂ ਅਗਲੀ ਸਵੇਰ ਹੋਈ ਤੇ 999 ਤੇ ਪਹੁੰਚ ਗਿਆ, ਯਾਨੀ ਡੇਢਾ ਹੋ ਗਿਆ। ਉਹਦੇ 'ਚ ਪੰਜਾਬ ਦੀ ਪਰਾਲੀ ਦਾ ਤਾਂ ਕੋਈ ਰੋਲ ਨਹੀਂ। ਪੰਜਾਬ ਦੀ ਪਰਾਲੀ ਜੇ ਇਫੈਕਟ ਕਰਦੀ ਹੋਵੇ ਤੇ ਕਦੇ ਕਦੇ ਧੂੰਆਂ ਫਿਰ ਇੱਧਰ ਨੂੰ ਪਾਕਿਸਤਾਨ ਨੂੰ ਵੀ ਜਾ ਸਕਦਾ। ਲਾਹੌਰ ਵਾਲਿਆਂ ਨੇ ਕਦੇ ਆਖਿਆ ਨਹੀਂ ਕਿ ਭਾਰਤੀ ਪੰਜਾਬ ਤੋਂ ਧੂੰਆਂ ਆ ਗਿਆ। ਫਿਰ ਜਦੋਂ ਇੱਧਰ ਨੂੰ ਵੀ ਜਾਂਦਾ, ਰਾਹ ਦੇ ਵਿੱਚ ਅੰਬਾਲਾ, ਰੋਹਤਕ, ਜੀਂਦ, ਪਾਣੀਪਤ, ਸੋਨੀਪਤ, ਕੁਰੂਕਸ਼ੇਤਰ, ਝੱਜਰ, ਇਹ ਸਾਰੇ ਹੈਗੇ ਆ। ਇਹਨਾਂ ਦੇ ਵਿੱਚ ਤਾਂ ਸਾਡਾ ਪ੍ਰਦੂਸ਼ਣ ਕੋਈ ਅਸਰ ਨਹੀਂ ਪਾਉਂਦਾ। ਸਿੱਧਾ ਦਿੱਲੀ ਦੇ ਵਿੱਚ ਫਲਾਈਟ ਲੈ ਕੇ ਚੱਲ ਜਾਂਦਾ। ਉੱਥੇ ਅਸਲ ਗੱਲ ਇਹ ਹੈ ਕਿ ਕੇਂਦਰ ਦੀ ਸਰਕਾਰ ਭਾਜਪਾ ਦੀ, ਸੂਬੇ ਦੀ ਸਰਕਾਰ ਕੇਜਰੀਵਾਲ ਦੀ, ਥੱਲੇ 4 ਮਿਊਨਿਸਪਲ ਕਮੇਟੀਆਂ ਜਿਨ੍ਹਾਂ 'ਚੋਂ 3 ਦੀਆਂ ਚੋਣਾਂ ਹੁੰਦੀਆਂ, ਚੌਥੀ ਦੀ ਨਹੀਂ ਹੁੰਦੀ, ਉਹ ਤਿੰਨੇ ਭਾਜਪਾ ਦੀਆਂ। ਥੱਲੇ ਮਿਊਨਿਸਪਲ ਕਮੇਟੀਆਂ ਭਾਜਪਾ ਦੀਆਂ, ਉੱਤੇ ਕੇਂਦਰ ਸਰਕਾਰ ਭਾਜਪਾ ਦੀ। ਦੋਵਾਂ ਦੇ ਵਿਚਾਲੇ ਸੈਂਡਵਿਚ ਬਣੀ ਆ ਕੇਜਰੀਵਾਲ ਦੀ ਸਰਕਾਰ। ਇਹਨਾਂ ਤਿੰਨਾਂ ਦੀ ਆਪੋ ਵਿੱਚ ਬਣਦੀ ਨਹੀਂ। ਇੱਕ ਜਣਾ ਕੋਈ ਕਾਨੂੰਨ ਬਣਾਉਂਦਾ, ਨਿਯਮ ਬਣਾਉਂਦਾ, ਦੂਸਰੇ ਲਾਗੂ ਨਹੀਂ ਹੋਣ ਦਿੰਦੇ। ਰੇੜਕਾ ਅਸਲ 'ਚ ਦਿੱਲੀ ਦਾ ਆ ਹੈ। ਬਿਲਕੁਲ। ਪਰ ਸਾਹਿਬ, ਤੁਸੀਂ ਸਮਾਂ ਕੱਢਿਆ ਜੀ, ਡਿਟੇਲ ਸਾਰਾ ਕੁਝ ਸਮਝਾਇਆ, ਤੁਹਾਡਾ ਬੜਾ ਧੰਨਵਾਦ ਜੀ। ਜੀ ਮਿਹਰਬਾਨੀ। ਸੋ ਇਸ ਪ੍ਰੋਗਰਾਮ ਨੂੰ ਅਸੀਂ ਹੁਣ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ, ਤੇ ਤੁਸੀਂ ਭੇਜਦੇ ਵੀ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ ਅਸੀਂ। ਇਸ ਪ੍ਰੋਗਰਾਮ ਨੂੰ ਜੇ YouTube ਤੇ ਦੇਖ ਰਹੇ ਹੋ ਤਾਂ ਇੱਕੋ ਲਾਈਕ ਕਰਨ ਵਾਲਾ ਤੇ ਸ਼ੇਅਰ ਕਰਨ ਵਾਲਾ ਕੰਮ ਕਰਦੇ ਰਿਹਾ ਕਰੋ, ਉਹਦੇ ਲਈ ਬੜੇ ਧੰਨਵਾਦ। ਤੇ ਹੁਣ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।